अच्छा। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਦਾ ਅੱਜ ਦੇ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਸੰਗਤ ਜੀ, ਹਰ ਵੀਰਵਾਰ ਇਤਿਹਾਸ ਦਾ ਕੋਈ ਨਾ ਕੋਈ ਵਰਕਾ ਫਰੋਲਿਆ ਜਾਂਦਾ ਹੈ ਔਰ ਅੱਜ ਵੀ ਇੱਕ ਬੜਾ ਅਹਿਮ ਵਿਸ਼ਾ ਹੈ। ਸਿੱਖ ਕੌਮ ਵਿੱਚ ਸੂਰਮਿਆਂ ਦੀ ਤੇ ਸ਼ਹੀਦਾਂ ਦੀ ਏਡੀ ਵੱਡੀ ਲਿਸਟ ਹੈ ਕਿ ਬੰਦਾ ਸਾਰੀ ਉਮਰ ਲੱਗਾ ਰਵੇ ਤਾਂ ਉਹਨਾਂ ਦੀ ਗਾਥਾ ਨਹੀਂ ਮੁੱਕਦੀ। ਤੋ ਉਹਨਾਂ ਵਿੱਚੋਂ ਇੱਕ ਸੂਰਬੀਰ ਸਾਈਂ ਸ਼ਾਮ ਸਿੰਘ ਜੀ ਅਟਾਰੀ ਵਾਲੇ, ਤੋ ਉਹਨਾਂ ਦਾ ਜੀਵਨ ਜਿਹੜਾ ਹੈ ਉਹ ਅੱਜ ਸਾਨੂੰ ਸੁਣਾਉਣਗੇ ਸਰ ਤੇਜਿੰਦਰ ਸਿੰਘ ਜੀ। ਤੇ ਆਪਾਂ ਉਸ ਤੋਂ ਕੀ ਪ੍ਰੇਰਨਾ ਲੈਣੀ ਹੈ ਔਰ ਦੇਖੀਏ ਸਾਡੇ ਪੁਰਖੇ ਜਿਹੜੇ ਨੇ ਉਹਨਾਂ ਦਾ ਕਿੰਨਾ ਦਿਲ ਗੁਰਦਾ ਸੀ ਔਰ ਕੀ ਉਹਨਾਂ ਦੀ ਪਲੈਨਿੰਗ ਸੀ। ਤੋ ਮੈਂ ਬੇਨਤੀ ਕਰ ਰਿਹਾ ਵੀਰ ਤੇਜਿੰਦਰ ਸਿੰਘ ਜੀ ਨੂੰ ਕਿ ਉਹ ਕਿਰਪਾ ਕਰਕੇ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨਗੇ ਜੀ। ਸਤਿਜਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਦੀ ਗੁਰਮਤਿ ਕਲਾਸ USA ਦੇ ਵਿੱਚ ਦੇਸ਼ ਵਿਦੇਸ਼ਾਂ ਤੋਂ ਜੁੜੇ ਹੋਏ ਸਾਰੇ ਵੀਰ ਭੈਣਾਂ ਨੂੰ ਸਤਿਕਾਰ ਸਹਿਤ ਜੀ ਆਇਆਂ ਕਹਿੰਦਾ ਹੋਇਆ ਅੱਜ ਦਾ ਵਿਸ਼ਾ ਆਰੰਭ ਕਰਨ ਦੀ ਆਪ ਪਾਸੋਂ ਦੋ ਹੱਥ ਜੋੜ ਕੇ ਅਸੀਸ ਮੰਗਦਾ ਹਾਂ। ਆਓ ਅੱਜ ਉਸ ਮਹਾਨ ਯੋਧਾ ਜਰਨੈਲ ਜਿਨੇ ਆਪਣਾ ਸਾਰਾ ਕੁਝ ਹੀ ਪੰਥ ਦੇ ਲੇਖੇ ਲਾ ਦਿੱਤਾ, ਉਹਨਾਂ ਦੇ ਜੀਵਨ ਦੇ ਜੋ ਉਹਨਾਂ ਦੀ ਪ੍ਰਾਪਤੀਆਂ ਹਨ, ਉਹਨਾਂ ਦਾ ਸੰਘਰਸ਼ ਹੈ, ਉਹ ਮੈਂ ਆਪ ਜੀ ਦੇ ਨਾਲ ਜੋ ਨਿਯਤ ਸਮਾਂ ਹੈ ਉਹਦੇ ਵਿੱਚ ਜੋ ਹੈ ਆਪ ਜੀ ਨਾਲ ਭੇਟ ਕਰਨ ਦੀ ਕੋਸ਼ਿਸ਼ ਕਰਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਾਮਕਲੀ ਦੀ ਵਾਰ ਦੇ ਵਿੱਚ ਤੀਜੇ ਪਾਤਸ਼ਾਹ ਦਾ ਇੱਕ ਸ਼ਲੋਕ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ 951 ਦੇ ਉੱਪਰ ਸੁਭਾਇਮਾਨ ਹੈ। ਸਤਿਗੁਰੂ ਜੀ ਫਰਮਾਉਂਦੇ ਹਨ, ਬਾਬਾਣੀਆਂ ਕਹਾਣੀਆਂ ਉਤ ਸਪੁਤ ਕਰੇ, ਜੇ ਸਤਿਗੁਰ ਭਾਵੈ ਸੋ ਮੰਨ ਲੈਣ, ਸੇਈ ਕਰਮ ਕਰੇ। ਤੋ ਜੋ ਅਸੀਂ ਇਤਿਹਾਸ ਆਪ ਜੀ ਦੇ ਨਾਲ ਸਾਂਝਾ ਕਰਦੇ ਹਾਂ, ਗੁਰਬਾਣੀ ਦੇ ਵਿਚਾਰ ਸਾਂਝਾ ਕਰਦੇ ਹਾਂ, ਉਸ ਦੀ ਪ੍ਰੇਰਨਾ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਮਿਲਦੀ ਹੈ। ਤੋ ਸਤਿਗੁਰੂ ਜੀ ਨੇ ਫਰਮਾਇਆ ਹੈ ਕਿ ਸਤਿਗੁਰੂ ਦੀਆਂ ਸਾਖੀਆਂ ਸਿੱਖ ਪੁੱਤਰਾਂ ਨੂੰ ਗੁਰਮੁਖ ਪੁੱਤਰ ਬਣਾ ਦਿੰਦੀਆਂ ਹਨ, ਕਿ ਜੇ ਅਸੀਂ ਆਪਣੇ ਇਤਿਹਾਸ ਨੂੰ ਵਾਚਾਂਗੇ ਤਾਂ ਸਾਡਾ ਜੀਵਨ ਵੀ ਉਹਨਾਂ ਗੁਰਸਿੱਖਾਂ ਵਰਗਾ ਬਣ ਜਾਏਗਾ। ਇਹ ਗੱਲ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਾਨੂੰ ਸਮਝਾਈ ਹੈ। ਜੇ ਸਤਿਗੁਰ ਭਾਵੈ ਸੋ ਮੰਨ ਲੈਣ, ਸਹੀ ਕਰਮ ਕਰੇ। ਇਹ ਕਿਵੇਂ ਜੋ ਵਾਪਰੇਗਾ, ਕਿਵੇਂ ਹੋਏਗਾ? ਗੁਰੂ ਸਾਖੀਆਂ ਦੀ ਬਰਕਤ ਨਾਲ ਗੁਰਮੁਖ ਸਿੱਖ ਪੁੱਤਰ ਉਹਨਾਂ ਗੱਲਾਂ ਵਿੱਚ ਯਕੀਨ ਲਿਆਉਂਦੇ ਹਨ ਤੇ ਉਹ ਕੰਮ ਕਰਦੇ ਹਨ ਜੋ ਸਤਿਗੁਰਾਂ ਨੂੰ ਪਾਉਂਦੇ ਹਨ। ਤੋ ਅੱਜ ਦੀ ਜੋ ਵਿਚਾਰ ਹੈ ਉਸ ਦਾ ਪ੍ਰੇਰਨਾ ਸਰੋਤ ਮੈਂ ਆਪ ਜੀ ਦੇ ਸਾਹਮਣੇ ਰੱਖਿਆ ਹੈ। ਤੇ ਆਓ ਇਸ ਤੋਂ ਆਪਾਂ ਸਰਦਾਰ ਸ਼ਾਮ ਸਿੰਘ ਜੀ ਅਟਾਰੀ ਵਾਲੇ ਦਾ ਜੋ ਜੀਵਨ ਹੈ ਉਸ ਦੀ ਗੱਲ ਕਰਦੇ ਹਾਂ। ਅਸੀਂ ਉੱਥੋਂ ਸ਼ੁਰੂ ਕਰਦੇ ਹਾਂ। ਸਰਦਾਰ ਸ਼ਾਮ ਸਿੰਘ ਅਟਾਰੀ ਜੀ ਜਿਸ ਵੇਲੇ ਮਹਾਰਾਜਾ ਰਣਜੀਤ ਸਿੰਘ ਜਿਹੜਾ ਹੈ ਉਸ ਦੀ ਜਿਹੜੀ ਹੈ ਉਹ ਅਕਾਲ ਚਲਾਣਾ ਕਰ ਜਾਂਦੇ ਹਨ, ਤਾਂ ਸਰਦਾਰ ਸ਼ਾਮ ਸਿੰਘ ਜੀ ਅਟਾਰੀ ਵਾਲਾ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਬਹੁਤ ਬਹਾਦਰ ਅਦਭੁਤ ਰਾਜਨੀਤਿਕ ਪ੍ਰੋਟੋਕਾਲ ਅਤੇ ਕੂਟਨੀਤੀ ਵਿੱਚ ਨਿਪੁੰਨ ਸਨ। ਭਾਵੇਂ ਉਸਨੇ ਮਹਾਰਾਜਾ ਪ੍ਰਤੀ ਪੂਰੀ ਵਫਾਦਾਰੀ ਨਾਲ ਆਪਣੀ ਸੇਵਾਵਾਂ ਨਿਭਾਈਆਂ, ਪਰ ਮਹਾਰਾਜੇ ਦੇ ਦੇਹਾਂਤ ਅਤੇ ਡੋਗਰਿਆਂ ਦੀ ਗੰਦੀ ਰਾਜਨੀਤੀ ਨਾਲ ਦੇਸ਼ ਦਰੋਹ ਜਿਹੜਾ ਹੈ ਉਹ ਬੜਾ ਹੀ ਉਦਾਸ ਬਣਾ ਦਿੱਤਾ। ਭਾਵੇਂ ਕਿ ਉਸਨੇ ਡੋਗਰਿਆਂ ਦੇ ਗਦਾਰ
ਗੁਲਾਬ ਸਿੰਘ ਨੂੰ ਕਾਫੀ ਸਜ਼ਾ ਦਿੱਤੀਆਂ ਤੇ ਸ਼ਾਹੀ ਪਰਿਵਾਰ ਵਿੱਚ ਸ਼ਾਬਸ਼ਾਹ ਨੂੰ ਫਿਰ ਵੀ ਜਿਹੜਾ ਹੈ ਜੋ ਹੋਈਆਂ ਸਾਜ਼ਿਸ਼ਾਂ ਉਹਨੂੰ ਕਾਬੂ ਨਹੀਂ ਕੀਤਾ ਜਾ ਸਕਿਆ ਤੇ ਬਹੁਤ ਅਣਹੋਣੀਆਂ ਚੀਜ਼ਾਂ ਜਿਹੜੀਆਂ ਹਨ ਉਹ ਇਤਿਹਾਸ ਦੇ ਵਿੱਚ ਜਿਹੜੀਆਂ ਹਨ ਉਹ ਵਾਪਰ ਗਈਆਂ। ਤੋ ਇਸ ਦੇ ਵਿੱਚ ਉਸ ਸਮੇਂ ਦੇ ਅੰਦਰ ਜੋ ਕੰਮ ਸਰਦਾਰ ਸ਼ਾਮ ਸਿੰਘ ਜੀ ਅਟਾਰੀ ਵਾਲਾ ਨੇ ਕੀਤੇ ਵਾਕਈ ਕਾਬਲੇ ਜਿਹੜੇ ਹਨ ਉਹ ਗੌਰ ਹਨ ਤੇ ਅਸੀਂ ਉਸ ਦੇ ਉੱਪਰ ਝਾਤੀ ਮਾਰਦੇ ਹਾਂ। ਹੁਣ ਤੱਕ ਪੂਰੇ ਭਾਰਤ ਤੇ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ ਸੀ, ਪਰ ਬਾਅਦ ਵਾਲੇ ਮਹਾਰਾਜਾ ਰਣਜੀਤ ਸਿੰਘ ਦੀ ਤਾਕਤ ਤੋਂ ਇੰਨੇ ਡਰੇ ਹੋਏ ਸਨ ਕਿ ਉਹ ਹਮੇਸ਼ਾ ਸਿੱਖਾਂ ਨੂੰ ਖੁਸ਼ ਕਰਨ ਅਤੇ ਦੂਰ ਰਹਿਣ ਵਿੱਚ ਹੀ ਜਿਹੜਾ ਹੈ ਉਹ ਖੁਸ਼ੀ ਮਹਿਸੂਸ ਕਰਦੇ ਸਨ। ਇਸ ਸੰਦਰਭ ਵਿੱਚ ਰੋਪੜ ਵਿਖੇ ਅੰਗਰੇਜ਼ਾਂ ਦੁਆਰਾ ਸਤਲੁਜ ਦਰਿਆ ਨੂੰ ਪਾਰ ਨਾ ਕਰਨ ਅਤੇ ਮਹਾਰਾਜਾ ਉਹਨਾਂ ਦੇ ਪਾਸੇ ਤੋਂ ਹਮਲਾ ਨਾ ਕਰਨ ਦਾ ਵਾਅਦਾ ਕਰਨ ਵਾਲੀ ਸੰਧੀ ਜਿਹੜੀ ਹੈ ਉਹ ਸਾਈਨ ਹੋਈ ਸੀ। ਇਸ ਸੰਧੀ ਵਿੱਚ ਮੁੱਖ ਪ੍ਰੋਟੋਕਾਲ ਸਰਦਾਰ ਸ਼ਾਮ ਸਿੰਘ ਜੀ ਦੁਆਰਾ ਹੀ ਸੰਭਾਲਿਆ ਗਿਆ ਸੀ। ਮਹਾਰਾਜਾ ਰਣਜੀਤ ਸਿੰਘ ਜੀ ਬਾਕੀ ਭਾਰਤ ਲਈ ਹਮੇਸ਼ਾ ਨਰਮ ਕੋਨਾ ਰੱਖਦੇ ਸਨ ਅਤੇ ਮਦਦ ਕਰਨਾ ਚਾਹੁੰਦੇ ਸੀ, ਭਾਵੇਂ ਕਿ ਮਰਾਠਿਆਂ ਨੇ ਆਪਣੀ ਆਖਰੀ ਹਾਰਨ ਵਾਲੀ ਲੜਾਈ ਵਿੱਚ ਮਹਾਰਾਜਾ ਉਹਨਾਂ ਦੀ ਮਦਦ ਕਰਨਾ ਚਾਹੁੰਦੇ ਸਨ। ਮਹਾਰਾਜਾ ਤੁਰੰਤ ਪੱਛਮ ਤੋਂ ਅੰਗਰੇਜ਼ਾਂ ਦੇ ਵਿਰੁੱਧ ਉਹਨਾਂ ਦੀ ਮਦਦ ਕਰਨ ਲਈ ਚਲੇ ਗਏ ਸਨ, ਪਰ ਉਦੋਂ ਤੱਕ ਮਰਾਠਿਆਂ ਨੇ ਪਹਿਲਾਂ ਹੀ ਇੱਕ ਜੰਗਬੰਦੀ ਜਿਹੜੀ ਹੈ ਅੰਗਰੇਜ਼ਾਂ ਨਾਲ ਉਹ ਕਰ ਲਈ ਔਰ ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ਨਾਲ ਅੰਗਰੇਜ਼ਾਂ ਨੇ ਸ਼ਾਹੀ ਪਰਿਵਾਰ ਦੇ ਝਗੜਿਆਂ ਨੂੰ ਨੇੜਿਓਂ ਦੇਖਿਆ। ਅੰਤ ਵਿੱਚ ਅੰਗਰੇਜ਼ਾਂ ਨੇ ਭਾਰਤ ਦੇ ਜਿਹੜੇ ਅਵਧ ਅਤੇ ਮਗਧ ਦੇ ਸੈਨਿਕਾਂ ਦੀ ਮਦਦ ਨਾਲ ਗਦਾਰ ਡੋਗਰਿਆਂ ਨੇ ਐਂਗਲੋ ਸਿੱਖ ਜੰਗਾਂ ਵਿੱਚ ਪੰਜਾਬ ਦੀ ਖਾਲਸਾ ਸਰਕਾਰ ਨੂੰ ਹਰਾਇਆ। ਆਓ ਇਹ ਬੈਕਗਰਾਉਂਡ ਸੀ ਕਿ ਜਿਸ ਵੇਲੇ ਸ਼ਾਮ ਸਿੰਘ ਜੀ ਅਟਾਰੀ ਵਾਲਿਆਂ ਨੇ ਇਸ ਸਮੇਂ ਦੇ ਅੰਦਰ ਆਪਣਾ ਜਿਹੜਾ ਹੈ ਉਹ ਰੋਲ ਨਿਭਾਇਆ। ਸਰਦਾਰ ਸ਼ਾਮ ਸਿੰਘ ਜੀ ਅਟਾਰੀ ਵਾਲਿਆਂ ਦਾ ਜੋ ਪੀਰੀਅਡ ਹੈ ਉਹ 1785 ਤੋਂ 1846 ਤੱਕ ਦਾ ਹੈ। ਲਾਹੌਰ ਦਰਬਾਰ ਦੀ ਸਿੱਖ ਫੌਜ ਵਿੱਚ ਇੱਕ ਸਿੱਖ ਜਰਨੈਲ ਸਿੱਧੂ ਗੋਤ ਦੇ ਇੱਕ ਜੱਟ ਪਰਿਵਾਰ ਨਾਲ ਸੰਬੰਧਿਤ ਸੀ। ਸਰਦਾਰ ਨਿਹਾਲ ਸਿੰਘ ਅਟਾਰੀ ਵਾਲੇ ਦਾ ਇਕਲੌਤਾ ਪੁੱਤਰ ਅਤੇ ਸਰਦਾਰ ਗੌਰ ਸਿੰਘ ਅਟਾਰੀ ਵਾਲਾ ਦਾ ਪੋਤਰਾ ਸੀ, ਜੋ ਸਿੱਖ ਰਾਜਸੀ ਚੜ੍ਹਤ ਦੇ ਸ਼ੁਰੂਆਤੀ ਦਿਨਾਂ ਵਿੱਚ ਸਿੱਖ ਧਰਮ ਵਿੱਚ ਪਰਿਵਰਤਨ ਕਰਨ ਵਾਲਾ ਪਹਿਲਾ ਵਿਅਕਤੀ ਸੀ ਅਤੇ ਜਥੇ ਵਿੱਚ ਸ਼ਾਮਲ ਹੋਇਆ ਸੀ। ਸਰਦਾਰ ਗੁਰਬਖਸ਼ ਸਿੰਘ ਜੀ ਰੋਡਾਂਵਾਲਾ ਦਾ ਉਸਨੇ ਜਲਦੀ ਹੀ ਅਟਾਰੀ ਦੇ ਆਲੇ ਦੁਆਲੇ ਦੇ ਇੱਕ ਖੇਤਰ ਵਿੱਚ ਆਪਣਾ ਸੁਰੱਖਿਆ ਜਿਹੜਾ ਹੈ ਏਰੀਆ ਸਥਾਪਿਤ ਕਰ ਲਿਆ। ਇੱਕ ਪਿੰਡ ਜਿਸ ਦੀ ਸਥਾਪਨਾ ਉਸਨੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਤੋਂ ਲਗਭਗ 16 ਮੀਲ ਪੱਛਮ ਵਿੱਚ ਕੀਤੀ ਸੀ। ਉਸ ਦਾ ਪੁੱਤਰ ਨਿਹਾਲ ਸਿੰਘ ਅਟਾਰੀ ਆਪਣੀ ਜੰਗੀ ਤਾਕਤ ਅਤੇ ਮਹਾਰਾਜਾ ਰਣਜੀਤ ਸਿੰਘ ਪ੍ਰਤੀ ਆਪਣੀ ਨਿੱਜੀ ਵਫਾਦਾਰੀ ਲਈ ਜਾਣਿਆ ਜਾਂਦਾ ਸੀ। ਨਿਹਾਲ ਸਿੰਘ ਦਾ ਪੁੱਤਰ ਸ਼ਾਮ ਸਿੰਘ ਅਟਾਰੀ 1817 ਵਿੱਚ ਮਹਾਰਾਜੇ ਦੀ ਸੇਵਾ ਵਿੱਚ ਦਾਖਲ ਹੋਇਆ ਅਤੇ 1818 ਵਿੱਚ ਪਿਸ਼ਾਵਰ, ਅਟਕ ਅਤੇ ਮੁਲਤਾਨ ਦੀਆਂ ਫੌਜੀ ਮੁਹਿੰਮਾਂ ਵਿੱਚ ਹਿੱਸਾ ਲਿਆ। ਆਪ ਜੀ ਨੇ 1819 ਵਿੱਚ ਕਸ਼ਮੀਰ ਵਿੱਚ ਲੜਾਈ ਦੇ ਵਿੱਚ ਵੀ ਹਿੱਸਾ ਲਿਆ। ਉਸਨੇ ਬਰੇਲੀ ਤੇ ਸੈਯਦ ਅਹਿਮਦ ਵਿਰੁੱਧ ਸਿੱਖ ਫੌਜਾਂ ਦੀ ਅਗਵਾਈ ਕੀਤੀ ਸੀ, ਜਿਸ ਨੇ 1826 ਤੋਂ 1831 ਦੇ ਸਾਲਾਂ ਦੌਰਾਨ ਸਿੰਧ ਪਾਰ ਖੇਤਰ ਵਿੱਚ ਸਿੱਖਾਂ ਦੇ ਵਿਰੁੱਧ ਇੱਕ ਨਿਰੰਤਰ ਯੁੱਧ ਕੀਤਾ ਸੀ। ਸੈਯਦ ਅਹਿਮਦ 6 ਮਈ 1831 ਨੂੰ ਆਪਣੇ ਚੀਫ ਲੈਫਟੀਨੈਂਟ ਮੁਹੰਮਦ ਇਸਮਾਇਲ ਦੇ ਨਾਲ ਉਹ ਮਾਰਿਆ ਗਿਆ। ਆਓ ਸਰਦਾਰ ਸ਼ਾਮ ਸਿੰਘ ਜੀ ਅਟਾਰੀ ਵਾਲਿਆਂ ਦੇ ਥੋੜੇ ਜਿਹੜੇ ਪੂਰਵਜ ਹਨ ਉਹਨਾਂ ਦੀ ਵੀ ਗੱਲ ਆਪਾਂ ਕੀਤੀ ਹੈ ਕਿ ਆਪ ਜੀ ਦੇ ਜੋ ਰਾਜਸਥਾਨ ਤੇ ਜੈਸਲਮੇਰ ਦੇ ਖੇਤਰ ਤੋਂ ਜਿਹੜੇ ਪੁਰਾਣੇ ਜਿਹੜੇ ਬਜ਼ੁਰਗ ਸਨ ਉਹ ਮਹਾਰਾਜ ਪਿੰਡ ਪੰਜਾਬ ਦੇ ਮਾਲਵਾ ਖੇਤਰ ਦੇ
ਜੋ ਕਿ ਬਠਿੰਡਾ ਜ਼ਿਲ੍ਹੇ ਵਿੱਚ ਉਹ ਪ੍ਰਵਾਸ ਕਰ ਗਏ। 1735 ਵਿੱਚ ਜਦੋਂ ਇਹ ਪਰਿਵਾਰ ਵੱਖ ਹੋ ਗਿਆ, ਕੁਝ ਮੈਂਬਰ ਜਗਰਾਓ ਦੇ ਨੇੜੇ ਇੰਦਰਗੜ੍ਹ ਪਿੰਡ ਵਿੱਚ ਵਸ ਗਏ, ਜਦੋਂ ਕਿ ਕਾਹਨ ਚੰਦ ਸਿੱਧੂ 26 ਘੋੜਸਵਾਰਾਂ ਨਾਲ ਸਤਲੁਜ ਦਰਿਆ ਪਾਰ ਕਰਦੇ ਹੋਏ ਮਾਝੇ ਵੱਲ ਨੂੰ ਰਵਾਨਾ ਹੋਏ। ਉਸ ਦੇ 2 ਪੁੱਤਰ ਸਨ, ਜਿਨ੍ਹਾਂ ਵਿੱਚੋਂ ਇੱਕ ਗੌਰ ਸਿੰਘ ਮੂਲਦਾਸ ਨਾਮ ਦੇ ਇੱਕ ਸਥਾਨਕ ਸੰਨਿਆਸੀ ਦਾ ਚੇਲਾ ਸੀ। ਬਾਅਦ ਵਿੱਚ ਉਹ ਸਿੱਖ ਰਾਜਨੀਤਿਕ ਚੜ੍ਹਤ ਦੇ ਸ਼ੁਰੂਆਤੀ ਦਿਨਾਂ ਵਿੱਚ ਸਿੱਖ ਧਰਮ ਵਿੱਚ ਤਬਦੀਲ ਹੋ ਗਿਆ ਅਤੇ ਸਰਦਾਰ ਗੁਰਬਖਸ਼ ਸਿੰਘ ਰੋੜਾਵਾਰਾਂ ਦੇ ਜਥੇ ਦਾ ਜਾ ਕੇ ਸ਼ਾਮਿਲ ਹੋ ਗਿਆ। ਗੌਹਰ ਸਿੰਘ ਦੇ ਬਹੁਤ ਸਾਰੇ ਪੁੱਤਰ ਸਨ, ਜਿਨ੍ਹਾਂ ਵਿੱਚੋਂ ਇੱਕ ਸਰਦਾਰ ਨਿਹਾਲ ਸਿੰਘ ਅਟਾਰੀ ਸੀ, ਜਿਸ ਨੇ ਭੰਗੀ ਮਿਸਲ ਦੀ ਸੇਵਾ ਕੀਤੀ ਤੇ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਨਾਲ ਆਪ ਨੇ ਮਿਲ ਕੇ ਸੇਵਾ ਕੀਤੀ। ਤੇ ਆਪ ਜੀ ਨਿਹਾਲ ਸਿੰਘ ਜੀ ਦੀ ਮੌਤ ਜਿਹੜੀ 1817 ਵਿੱਚ ਜਦੋਂ ਹੋਈ, ਤਾਂ ਉਦੋਂ ਤੱਕ ਉਹਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਹੀ ਜਿਹੜੀ ਹੈ ਉਹ ਕੰਮ ਕਰ ਰਹੇ ਸਨ। ਤੋ ਆਓ ਹੁਣ ਆਪਾਂ ਪੂਰੇ ਵਿਸਤਾਰ ਦੇ ਨਾਲ ਸਰਦਾਰ ਸ਼ਾਮ ਸਿੰਘ ਜੀ ਦੇ ਜੀਵਨ ਦੀ ਗੱਲ ਕਰਦੇ ਹਾਂ। ਸਰਦਾਰ ਸ਼ਾਮ ਸਿੰਘ ਜੀ ਇਤਿਹਾਸ ਦਾ ਇੱਕ ਚਮਕਦਾ ਹੀਰਾ ਹਨ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵੱਖ-ਵੱਖ ਮੁਹਿੰਮਾਂ ਵਿੱਚ ਤੇ ਮਹਾਰਾਜਾ ਸਾਹਿਬ ਦੀ ਮੌਤ ਉਪਰੰਤ ਸਭਰਾਵਾਂ ਦੀ ਲੜਾਈ ਵਿੱਚ ਵਿਖਾਈ ਬੇਮਿਸਾਲ ਬਹਾਦਰੀ ਕਾਰਨ ਉਹ ਸਿੱਖ ਪੰਥ ਦੇ ਗਗਨ ਮੰਡਲ ਵਿੱਚ ਧਰੂ ਤਾਰੇ ਦੀ ਤਰ੍ਹਾਂ ਚਮਕ ਰਿਹਾ ਹੈ। ਸਰਦਾਰ ਸ਼ਾਮ ਸਿੰਘ ਦੇ ਵੱਡੇ ਵਡੇਰਿਆਂ ਦਾ ਪਿੱਛਾ ਜੈਸਲਮੇਰ ਸੀ। ਪਹਿਲਾਂ ਇਹ ਫੌਲ ਦੇ ਮਹਾਰਾਜਾ ਦੇ ਪਿੰਡਾਂ ਵਿੱਚ ਆਬਾਦ ਹੋਏ ਤੇ ਫਿਰ ਸਨ 1735 ਵਿੱਚ ਇਹਨਾਂ ਦੇ ਕੁਝ ਬੰਦੇ ਜਗਰਾਓਂ ਦੇ ਇਲਾਕੇ ਦੇ ਪਿੰਡ ਕੌਂਕੇ ਵਿਖੇ ਆਬਾਦ ਹੋਏ। ਸਿੱਖ ਮਿਸਲਾਂ ਦੇ ਸਮੇਂ ਇਹਨਾਂ ਦੇ 2 ਸਰਦਾਰਾਂ ਗੌਰ ਸਿੰਘ ਤੇ ਹੌਰ ਸਿੰਘ ਨੇ ਮਾਝੇ ਵਿੱਚ ਆ ਕੇ ਕੌਂਕੇ ਨਾਮ ਦਾ ਇੱਕ ਹੋਰ ਨਗਰ ਵਸਾਇਆ। ਫਿਰ ਬੈਰਾਗੀ ਸਾਧੂਆਂ ਦੇ ਕਹਿਣ ਤੇ ਸਰਦਾਰ ਗੌਰ ਸਿੰਘ ਨੇ ਇੱਕ ਪੁਰਾਣੀ ਥੇਹ ਤੇ ਪਿੰਡ ਵਸਾਇਆ ਤੇ ਉੱਥੇ ਉੱਚੀ ਅਟਾਰੀ ਆ ਬਣਾਈ, ਜਿਸ ਤੋਂ ਪਿੰਡ ਦਾ ਨਾਮ ਅਟਾਰੀ ਪੈ ਗਿਆ। ਇੱਥੇ ਰਹਿਣ ਵਾਲੇ ਸਰਦਾਰ ਅਟਾਰੀ ਵਾਲੇ ਕਹਾਉਣ ਲੱਗ ਪਏ। ਇਸ ਪਿੰਡ ਦੇ ਵਸਨੀਕ ਸਰਦਾਰ ਸ਼ਾਮ ਸਿੰਘ ਦੇ ਬਜ਼ੁਰਗ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਵਿੱਚ ਨੌਕਰ ਹੋ ਕੇ ਚੰਗੇ ਰੁਤਬੇ ਜਿਹੜੇ ਉਹਨਾਂ ਨੇ ਪ੍ਰਾਪਤ ਕੀਤੇ। ਉਹਨਾਂ ਦਾ ਪਿਤਾ ਸਰਦਾਰ ਨਿਹਾਲ ਸਿੰਘ, ਸਰਦਾਰ ਸਾਹਿਬ ਸਿੰਘ ਭੰਗੀ ਪਾਸ ਵੀ ਜਿਹੜੇ ਹਨ ਉਹਨਾਂ ਦੇ ਜਥੇ ਵਿੱਚ ਸ਼ਾਮਲ ਸਨ। ਸਨ 1795 ਅਤੇ ਸਨ 1798 ਵਿੱਚ ਅਫਗਾਨਾਂ ਨੇ ਸਾਹਿਬ ਸਿੰਘ ਭੰਗੀ ਤੋਂ ਗੁਜਰਾਤ ਦਾ ਇਲਾਕਾ ਖਾਲੀ ਕਰਾਉਣ ਲਈ ਉਹਨਾਂ ਨਾਲ ਜੰਗ ਕੀਤੇ। ਪਹਿਲੇ ਜੰਗ ਵਿੱਚ ਬਹਾਦਰ ਖਾਨ ਇਕੱਲਾ ਤੇ ਦੂਜੀ ਲੜਾਈ ਵਿੱਚ ਅਹਿਮਦ ਸ਼ਾਹ ਸ਼ਾਹਾਨਸ਼ੀ ਅਤੇ ਬਹਾਦਰ ਖਾਨ ਅਫਗਾਨ ਫੌਜਾਂ ਦੀ ਅਗਵਾਈ ਕਰ ਰਹੇ ਸਨ। ਦੋਹਾਂ ਲੜਾਈਆਂ ਵਿੱਚ ਅਫਗਾਨ ਬੜੀ ਬਹਾਦਰੀ ਨਾਲ ਲੜੇ, ਪਰ ਉਹਨਾਂ ਨੇ ਸਿੰਘਾਂ ਹੱਥੋਂ ਕਰਾਰੀ ਹਾਰ ਜਿਹੜੀ ਹੈ ਲਈ। ਅਹਿਮਦ ਸ਼ਾਹ ਸ਼ਾਹਾਨਸ਼ੀ ਨੂੰ ਸਿੰਘਾਂ ਨੇ ਮਾਰ ਦਿੱਤਾ। ਸਰਦਾਰ ਨਿਹਾਲ ਸਿੰਘ ਨੇ ਇਹਨਾਂ ਲੜਾਈਆਂ ਵਿੱਚ ਬਹਾਦਰੀ ਦੇ ਜੋਹਰ ਦਿਖਾਏ। ਮਗਰੋਂ ਸਰਦਾਰ ਸਾਹਿਬ ਸਿੰਘ ਭੰਗੀ ਦੀ ਨੌਕਰੀ ਛੱਡ ਕੇ ਸਰਦਾਰ ਨਿਹਾਲ ਸਿੰਘ ਮਹਾਰਾਜਾ ਰਣਜੀਤ ਸਿੰਘ ਜੀ ਪਾਸ ਆ ਗਏ ਤੇ ਸਿੱਖ ਫੌਜਾਂ ਵਿੱਚ ਕਮਾਂਡਰ ਵਜੋਂ ਨਿਯੁਕਤ ਹੋਏ। ਆਪ ਜੀ ਨੇ ਹਰ ਲੜਾਈ ਵਿੱਚ ਹਿੱਸਾ ਲਿਆ। ਕਸੂਰ ਦੀ ਜਿੱਤ ਸਮੇਂ ਅਤੇ ਮੁਲਤਾਨ ਉੱਤੇ ਚੜ੍ਹਾਈ ਸਮੇਂ ਆਪ ਨੇ ਵਿਸ਼ੇਸ਼ ਬਹਾਦਰੀ ਦਿਖਾਈ। ਆਪਣੇ ਪਿਤਾ ਦੇ ਮਹਾਰਾਜਾ ਰਣਜੀਤ ਸਿੰਘ ਦੀ ਨੌਕਰੀ ਵਿੱਚ ਹੁੰਦਿਆਂ ਹੀ ਸਰ ਸ਼ਾਮ ਸਿੰਘ ਅਟਾਰੀ ਮਹਾਰਾਜਾ ਰਣਜੀਤ ਸਿੰਘ ਦੀ ਨੌਕਰੀ ਵਿੱਚ ਫੌਜ ਵਿੱਚ ਆ ਚੁੱਕੇ ਸਨ। ਪਿਤਾ ਨੇ ਆਪਣੇ ਹੋਣਹਾਰ ਪੁੱਤਰ ਨੂੰ ਘੋੜਸਵਾਰੀ, ਤਲਵਾਰ ਚਲਾਉਣੀ, ਤੀਰ ਅੰਦਾਜ਼ੀ ਤੇ ਉਸ ਸਮੇਂ ਦੀ ਲੜਾਈ ਦੇ ਸਾਰੇ ਕਰਤਬਾਂ ਤੋਂ ਜਾਣੂ ਹੀ ਨਹੀਂ ਸੀ ਕਰਵਾਇਆ, ਸਗੋਂ ਨਿਪੁੰਨ ਵੀ ਕਰ ਦਿੱਤਾ। ਜਦੋਂ ਪੁੱਤਰ ਸ਼ਾਮ ਸਿੰਘ ਨੇ ਆਪਣੇ ਪਿਤਾ ਦੀ ਥਾਂ ਨਿਯੁਕਤ ਹੋਣ ਦਾ ਅਵਸਰ ਪ੍ਰਾਪਤ ਹੋਇਆ, ਤਾਂ ਸਰਦਾਰ ਸ਼ਾਮ ਸਿੰਘ ਦੀ ਬਹਾਦਰੀ ਦੇ ਕਾਰਨਾਮੇ ਵੇਖ ਕੇ ਮਹਾਰਾਜਾ ਰਣਜੀਤ ਸਿੰਘ ਨੇ ਮਹਿਸੂਸ ਕੀਤਾ ਕਿ ਇਹ ਨੌਜਵਾਨ ਆਪਣੇ ਬਹਾਦਰ ਪਿਤਾ ਦੇ ਸਿੱਖ ਰਾਜ ਲਈ ਘਾਟੇ ਨੂੰ ਪੂਰਾ ਕਰ ਦਿਖਾਵੇਗਾ। ਸਰਦਾਰ ਨਿਹਾਲ ਸਿੰਘ ਦੇ ਹੁੰਦਿਆਂ ਹੀ ਸਰਦਾਰ ਸ਼ਾਮ ਸਿੰਘ ਇਨਾਮ ਵਜੋਂ ਇੱਕ ਹੀਰਿਆ ਜਿਹੜੀ ਕਲਗੀ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਪ੍ਰਾਪਤ ਕਰ ਚੁੱਕਾ ਸੀ। ਸੁੱਖੋ ਦੇ ਇਲਾਕੇ ਦੀ 50,000 ਰੁਪਏ ਦੀ ਸਾਲਾਨਾ ਦੀ ਆਪਣੇ ਪਿਤਾ ਸਰਦਾਰ ਨਿਹਾਲ ਸਿੰਘ ਦੀ ਜਗੀਰ ਦਾ ਵੀ ਵਾਰਸ ਸਰਦਾਰ ਸ਼ਾਮ ਸਿੰਘ ਜੀ ਬਣ ਗਏ। 1818 ਵਿੱਚ ਜਦੋਂ ਆਪ ਜੀ ਦੇ ਪਿਤਾ ਜੀ
ਸਰਦਾਰ ਨਿਹਾਲ ਸਿੰਘ ਜੀ ਚਲਾਣਾ ਕਰ ਗਏ ਤੇ ਉਸ ਤੇ ਮਗਰੋਂ ਹੋਈ ਪਹਿਲੀ ਲੜਾਈ ਵਿੱਚ ਸਰਦਾਰ ਸ਼ਾਮ ਸਿੰਘ ਜੀ ਨੇ ਬਹੁਤ ਬਹਾਦਰੀ ਦਿਖਾਈ। ਮੁਲਤਾਨ ਦੀ ਇਸ ਲੜਾਈ ਵਿੱਚ ਭੰਗੀਆਂ ਦੀ ਤੋਪ ਅੰਮ੍ਰਿਤਸਰ ਤੋਂ ਮੁਲਤਾਨ ਭੇਜੀ ਗਈ, ਜਿਸ ਵਿੱਚ ਇੱਕ ਮਨ ਪੱਕੇ ਦਾ ਗੋਲਾ ਪੈਂਦਾ ਸੀ। ਦੋਹਾਂ ਧਿਰਾਂ ਦੀ ਜ਼ਬਰਦਸਤ ਟੱਕਰ ਹੋ ਰਹੀ ਸੀ। ਸਿੱਖ ਫੌਜ ਨੇ ਸ਼ਹਿਰ ਤਾਂ ਜਿੱਤ ਲਿਆ, ਪਰ ਉਹ ਮਜ਼ਬੂਤ ਕਿਲਾ ਸਰ ਨਹੀਂ ਸੀ ਕਰ ਪਾ ਰਹੇ, ਜਿਸ ਵਿੱਚ 20,000 ਗਾਜ਼ੀ ਮੁਲਤਾਨ ਦੇ ਨਵਾਬ ਮੁਜ਼ੱਫਰ ਖਾਨ ਵੱਲੋਂ ਲੜ ਰਹੇ ਸਨ। ਉਧਰ ਮਹਾਰਾਜਾ ਰਣਜੀਤ ਸਿੰਘ ਲਾਹੌਰੋਂ ਬਾਹਰ ਕੈਂਪ ਵਿੱਚ ਆ ਗਏ ਤੇ ਐਲਾਨ ਕੀਤਾ ਕਿ ਮਹਿਲਾਂ ਵਿੱਚ ਤਦ ਵੜਾਂਗਾ ਜਦ ਮੁਲਤਾਨ ਦਾ ਕਿਲਾ ਸਿੱਖ ਸੂਰਮੇ ਫਤਿਹ ਕਰ ਲੈਣਗੇ। ਇਸ ਲੜਾਈ ਵਿੱਚ ਸਿੱਖ ਸੂਰਬੀਰਾਂ ਦੀ ਲਾਸਾਨੀ ਕੁਰਬਾਨੀ ਦਾ ਹਾਲ ਮੁਨਸ਼ੀ ਗੁਲਾਮ ਜਿਲਾਨੀ ਜੰਗਨਾਮਾ ਮੁਲਤਾਨ ਵਿੱਚ ਲਿਖਦਿਆਂ ਹੋਇਆ ਕਹਿੰਦਾ ਹੈ ਕਿ ਮੈਂ ਸਿੱਖਾਂ ਵਾਲਾ ਭੇਸ ਬਣਾ ਕੇ ਸਿੱਖਾਂ ਦੇ ਕੈਂਪ ਵਿੱਚ ਨਵਾਬ ਮੁਜ਼ੱਫਰ ਖਾਨ ਦੇ ਸੂਹੇ ਵਜੋਂ ਤੁਰ ਫਿਰ ਰਿਹਾ ਸੀ। 2 ਜੂਨ 1818 ਨੂੰ ਜਦੋਂ ਮੈਂ ਰੋਜ਼ ਦੀ ਤਰ੍ਹਾਂ ਆਪਣੀ ਡਿਊਟੀ ਤੇ ਨਿਕਲਿਆ ਤਾਂ ਅਚਾਨਕ ਇੱਕ ਪਾਸਿਓਂ ਮੈਨੂੰ ਕੁਝ ਸ਼ੋਰ ਜਿਹਾ ਸੁਣਾਈ ਦਿੱਤਾ। ਮੈਂ ਬੇਨਤੀ ਕਰਾਂਗਾ ਸਾਧ ਸੰਗਤ ਨੂੰ ਬੜੇ ਧਿਆਨ ਨਾਲ ਇਹ ਗੱਲ ਸੁਣਨਾ ਤੇ ਸਾਡੇ ਸਿੱਖ ਕਰੈਕਟਰ ਦੇ ਬਾਰੇ ਜਿਹੜਾ ਹੈ ਦੱਸਿਆ ਜਾ ਰਿਹਾ ਹੈ। ਸਾਨੂੰ ਇਸ ਮਾਨਮਤੇ ਇਤਿਹਾਸ ਤੇ ਬੜਾ ਹੀ ਗੌਰ ਹੋਣਾ ਚਾਹੀਦਾ ਹੈ। ਤੇ ਉਹ ਕਹਿੰਦਾ ਹੈ ਵੀ ਜਦੋਂ ਮੈਂ ਰੌਲੇ ਵਾਲੀ ਥਾਂ ਤੇ ਪੁੱਜਾ ਤਾਂ ਕੀ ਵੇਖਦਾ ਹਾਂ ਕਿ 12-13 ਸਿੰਘ ਆਪਸ ਵਿੱਚ ਝਗੜ ਰਹੇ ਹਨ ਤੇ ਕਹਿ ਰਹੇ ਹਨ ਕਿ ਮੈਂ ਪਹਿਲਾਂ। ਅੱਗੇ ਹੋ ਕੇ ਵੇਖਿਆ ਤਾਂ ਮੈਂ ਡਿੱਠਾ ਕਿ ਭੰਗੀਆਂ ਵਾਲੀ ਤੋਪ ਦਾ ਇੱਕ ਪਹੀਆ ਟੁੱਟ ਚੁੱਕਾ ਹੈ। ਕਿਲੇ ਦੀ ਦੀਵਾਰ ਤੋੜਨ ਦੀ ਸਮਰੱਥਾ ਵਾਲੀ ਤੋਪ ਦਾ ਇਹ ਪਹੀਆ ਜਿਹੜਾ ਕੇਵਲ ਇਸ ਤੋਪ ਵਿੱਚ ਸੀ। ਸਿੰਘ ਤੋਪਚੀ ਦੀ ਤਜਵੀਜ਼ ਅਨੁਸਾਰ ਵਾਰੀ-ਵਾਰੀ ਪਹੀਏ ਦੀ ਥਾਂ ਆਪਣੇ ਮੋਢੇ ਡਾਉਣੇ ਪ੍ਰਵਾਨ ਕਰ ਲਏ ਤੇ ਇੱਕ ਦੂਜੇ ਤੋਂ ਅੱਗੇ ਹੋ ਕੇ ਮੋਢੇ ਢਾ ਕੇ ਸ਼ਹੀਦੀਆਂ ਪਾਉਣ ਲੱਗੇ। ਸਿੰਘਾਂ ਦੀ ਇਸ ਲਾਸਾਨੀ ਕੁਰਬਾਨੀ ਦਾ ਸਦਕਾ ਤੋਪ ਗੋਲੇ ਦਾਗਦੀ ਰਹੀ ਤੇ ਕਿਲੇ ਦੀ ਦੀਵਾਰ ਨੂੰ ਢਾਉਣ ਵਿੱਚ ਸਫਲ ਹੋ ਗਏ। ਤਾਂ ਇਸ ਸੇਵਾ ਦੇ ਵਿੱਚ ਸਿੰਘ ਵੀ ਜਿਹੜੇ ਹਨ ਉਹ ਸ਼ਹੀਦੀਆਂ ਪ੍ਰਾਪਤ ਕਰਦੇ ਰਹੇ। ਦੀਵਾਰ ਢਹਿਣ ਦੀ ਦੇਰ ਸੀ ਕਿ ਅਕਾਲੀ ਬਾਬਾ ਫੁੱਲਾ ਸਿੰਘ ਜੀ ਅਕਾਲੀ ਫੌਜ ਟੁੱਟੀ ਥਾਂ ਤੇ ਟੱਪ ਕੇ ਅੰਦਰ ਜਾ ਵੜੀ ਤੇ ਦੁਸ਼ਮਣ ਨਾਲ ਹੱਥੋਂ ਹੱਥੀ ਲੜਾਈ ਵਿੱਚ ਜੂਝ ਕੇ ਫਤਿਹ ਪ੍ਰਾਪਤ ਕੀਤੀ। ਨਵਾਬ ਮੁਜ਼ੱਫਰ ਖਾਨ ਬੜੀ ਬਹਾਦਰੀ ਨਾਲ ਲੜਦਾ ਹੋਇਆ ਆਪਣੇ 2 ਪੁੱਤਰਾਂ ਸਮੇਤ ਸ਼ਹੀਦ ਹੋ ਗਿਆ। ਸਰਦਾਰ ਸ਼ਾਮ ਸਿੰਘ ਜੀ ਇਸ ਲੜਾਈ ਵਿੱਚ ਬਹੁਤ ਬਹਾਦਰੀ ਨਾਲ ਲੜੇ। ਉਹਨਾਂ ਦੇ ਮੋਢੇ ਉੱਤੇ ਤਲਵਾਰ ਦਾ ਕਰਾਰਾ ਫੱਟ ਲੱਗਾ ਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਸਰਦਾਰ ਸ਼ਾਮ ਸਿੰਘ ਦੀ ਬਹਾਦਰੀ ਦੀ ਵਾਰਤਾ ਸੁਣ ਕੇ ਮਹਾਰਾਜਾ ਰਣਜੀਤ ਸਿੰਘ ਜੀ ਗਦਗਦ ਹੋ ਗਏ ਅਤੇ ਉਹਨਾਂ ਦੇ ਮਨ ਉੱਤੇ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਬੇਮਿਸਾਲ ਬਹਾਦਰੀ ਦਾ ਡੂੰਘਾ ਪ੍ਰਭਾਵ ਪਿਆ। ਸਰਦਾਰ ਹਰੀ ਸਿੰਘ ਜੀ ਨਲਵਾ ਤੇ ਸਰਦਾਰ ਸ਼ਾਮ ਸਿੰਘ ਦੀ ਮਿਲਵੀਂ ਸੂਝ-ਬੂਝ ਤੇ ਬਹਾਦਰੀ ਦਾ ਸਦਕਾ ਸਿੰਘਾਂ ਨੇ ਸਿਪਾਹੀਆਂ ਦੇ ਮੈਦਾਨ ਵਿੱਚ ਅਫਗਾਨਾਂ ਵਿਰੁੱਧ ਜਿੱਤ ਪ੍ਰਾਪਤ ਕੀਤੀ, ਜਿਸ ਦਾ ਸਦਕਾ ਸਾਰਾ ਕਸ਼ਮੀਰ ਸਿੱਖ ਰਾਜ ਦੇ ਅਧੀਨ ਹੋ ਗਿਆ। ਇਸ ਜਿੱਤ ਦੀ ਖੁਸ਼ੀ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ 3 ਦਿਨ ਅੰਮ੍ਰਿਤਸਰ ਅਤੇ ਲਾਹੌਰ ਵਿੱਚ ਦੀਪਮਾਲਾ ਕੀਤੀ ਗਈ। ਸਰਦਾਰ ਸ਼ਾਮ ਸਿੰਘ ਜੀ ਨੇ ਇੱਕ ਸੁੰਦਰ ਤੇ ਕੀਮਤੀ ਪੋਸ਼ਾਕ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਇਨਾਮ ਵਜੋਂ ਪ੍ਰਾਪਤ ਹੋਈ। ਬਾਲਾਕੋਟ ਦੀ ਲੜਾਈ ਸਮੇਂ ਜੋ ਸੈਯਦ ਅਹਿਮਦ ਬਰੇਲਵੀ ਦੇ ਜਹਾਦੀਆਂ ਅਤੇ ਖਾਲਸਾਈ ਫੌਜਾਂ ਵਿਚਾਲੇ ਹੋਈ ਕੰਵਰ ਸ਼ੇਰ ਸਿੰਘ ਅਤੇ ਸ਼ਾਮ ਸਿੰਘ ਅਟਾਰੀ ਵਿੱਚ ਥੋੜਾ ਜਿਹਾ ਮਤਭੇਦ ਹੋ ਗਿਆ। ਕੰਵਰ ਸ਼ੇਰ ਸਿੰਘ ਨੇ ਅੰਤ ਸ਼ਾਮ ਸਿੰਘ ਦੀ ਸੁਚੱਜੀ ਸਲਾਹ ਮੰਨ ਲਈ, ਜਿਸ ਸਦਕਾ ਸਿੰਘਾਂ ਨੂੰ ਨਿਰਣਾਇਕ ਜਿਹੜੀ ਹੈ ਸਫਲਤਾ ਪ੍ਰਾਪਤ ਹੋਈ ਤੇ ਜਹਾਦ ਦੇ ਮੋਢੀ ਸੈਯਦ ਅਹਿਮਦ ਬਰੇਲਵੀ ਦੀ ਲਾਸ਼ ਸਿੰਘਾਂ ਦੇ ਹੱਥ ਆਈ। ਸਿੰਘਾਂ ਨੂੰ ਅੱਗੇ ਦੁਸ਼ਮਣਾਂ ਦੀ ਲਾਸ਼ ਨੂੰ ਵੀ ਪੂਰੇ ਸਤਿਕਾਰ ਸਹਿਤ ਦਫਨਾਇਆ। ਇਹ ਵੀ ਸਿੱਖ ਰਵਾਇਤ ਸੀ ਕਿ ਭਾਵੇਂ ਦੁਸ਼ਮਣ ਹੋਵੇ ਤਾਂ ਵੀ ਉਸ ਦੀ ਜੋ ਲਾਸ਼ ਹੈ ਉਸ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਜਿਹੜਾ ਹੈ ਉਹ ਦੁਰਵਿਵਹਾਰ ਨਹੀਂ ਕਰਨਾ। ਇਸ ਲੜਾਈ ਦੀ ਜਿੱਤ ਦੀ ਖੁਸ਼ੀ ਵਿੱਚ ਕੰਵਰ ਸ਼ੇਰ ਸਿੰਘ, ਸਰਦਾਰ ਜੈ ਸਿੰਘ ਅਤੇ ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਈਰਾਨੀ ਬੰਦੂਕਾਂ ਤੇ ਮੋਹਰਾਂ ਆਦਿ ਤੋਂ ਛੁੱਟ ਜਿਹਾਦੀਆਂ ਦੇ 3 ਝੰਡੇ ਵੀ ਇਨਾਮ ਵਜੋਂ ਦਿੱਤੇ ਗਏ। ਇਸ ਲੜਾਈ ਮਗਰੋਂ ਸਰਦਾਰ ਸ਼ਾਮ ਸਿੰਘ ਬਹਾਦਰੀ, ਨਿਡਰਤਾ ਤੋਂ ਛੁੱਟ ਫੌਜੀ ਹੱਥਕੰਡਿਆਂ ਦੀ ਸਿਆਣਪ ਕਾਰਨ ਵੀ ਆਪ ਜੀ ਪ੍ਰਸਿੱਧ ਹੋਏ।
1834 ਈਸਵੀ ਦੀ ਗੱਲ ਹੈ ਕਿ ਬੰਨੂ ਦੀ ਜਿੱਤ ਨੇ, ਜਿਸ ਵਿੱਚ ਸਰਦਾਰ ਸ਼ਾਮ ਸਿੰਘ ਦਾ ਘੋੜਾ ਵੀ ਮਾਰਿਆ ਗਿਆ, ਸਰਦਾਰ ਸ਼ਾਮ ਸਿੰਘ ਦੀ ਦ੍ਰਿੜਤਾ, ਸਿਆਣਪ ਤੇ ਬਹਾਦਰੀ ਦਾ ਸਿੱਕਾ ਸਭ ਨੇ ਜਿਹੜਾ ਹੈ ਆਪਣੇ ਮਨਾਂ ਵਿੱਚ ਜਿਹੜਾ ਹੈ ਬਿਠਾ ਦਿੱਤਾ। ਸਰਦਾਰ ਸ਼ਾਮ ਸਿੰਘ ਅਟਾਰੀ ਨੇ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਅਤੇ ਸਰਦਾਰ ਖੜਕ ਸਿੰਘ ਦੇ ਸਪੁੱਤਰ ਕੰਵਰ ਨਿਹਾਲ ਸਿੰਘ ਨਾਲ ਆਪਣੀ ਲੜਕੀ ਨਾਨਕੀ ਦਾ ਰਿਸ਼ਤਾ ਕਰਨ ਦਾ ਪ੍ਰਸਤਾਵ ਕੀਤਾ, ਜੋ ਮਹਾਰਾਜਾ ਰਣਜੀਤ ਸਿੰਘ ਜੀ ਨੇ ਪ੍ਰਵਾਨ ਕਰ ਲਿਆ। 1835 ਈਸਵੀ ਵਿੱਚ ਮੰਗਣੀ ਹੋਈ ਤੇ ਮਾਰਚ 1837 ਈਸਵੀ ਵਿੱਚ ਇਹ ਆਨੰਦ ਕਾਰਜ ਸਿਰੇ ਚੜਿਆ। ਕੰਵਰ ਨਿਹਾਲ ਸਿੰਘ ਦਾ ਵਿਆਹ ਬੜੇ ਸ਼ਾਹਾਨਾ ਠਾਠ ਨਾਲ ਹੋਇਆ। ਮਹਾਰਾਜਾ ਨੇ ਦਿਲ ਖੋਲ ਕੇ ਦਾਨ ਦਿੱਤਾ। ਆਪਣੇ ਫੌਜੀ ਬਹਾਦਰਾਂ ਸਰਦਾਰਾਂ ਨੂੰ ਵੀ ਕੋਕਬੇ ਇਕਬਾਲ ਪੰਜਾਬ ਨਾਮ ਦੇ ਖਿਤਾਬਾਂ ਨਾਲ ਸਨਮਾਨਿਆ। ਇਹ ਖਿਤਾਬ ਇਸੇ ਵਿਆਹ ਤੋਂ ਹੀ ਆਰੰਭ ਹੋਏ ਸਨ। ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨਾਲ ਕੁੜਮਾਚਾਰੀ ਹੋ ਜਾਣ ਕਰਕੇ ਸਰ ਸ਼ਾਮ ਸਿੰਘ ਅਟਾਰੀ ਦਾ ਰਾਜ ਦਰਬਾਰ ਵਿੱਚ ਮਾਣ ਸਤਿਕਾਰ ਹੋਰ ਵੀ ਵੱਧ ਗਿਆ। 1838 ਈਸਵੀ ਵਿੱਚ ਅੰਗਰੇਜ਼ਾਂ ਮਹਾਰਾਜਾ ਰਣਜੀਤ ਸਿੰਘ ਅਤੇ ਸ਼ਾਹ ਸੁਜਾ ਵਿਚਾਲੇ ਇੱਕ ਸੰਧੀ ਹੋਈ। ਇਸ ਦਾ ਮਨੋਰਥ ਸ਼ਾਹ ਸੁਜਾ ਨੂੰ ਕਾਬਲ ਦਾ ਬਾਦਸ਼ਾਹ ਬਣਾਉਣਾ ਸੀ। ਇਸ ਸੰਧੀ ਅਨੁਸਾਰ ਜਦੋਂ ਖਾਲਸਾਈ ਫੌਜਾਂ ਲਾਹੌਰੋਂ ਭੇਜੀਆਂ ਗਈਆਂ ਤਾਂ ਇਹਨਾਂ ਫੌਜਾਂ ਦੀ ਸਰਪ੍ਰਸਤੀ ਵਜੋਂ ਕੰਵਰ ਨਿਹਾਲ ਸਿੰਘ ਅਤੇ ਸਰਦਾਰ ਸ਼ਾਮ ਸਿੰਘ ਜੀ ਨੂੰ ਭੇਜਿਆ ਗਿਆ। ਮਹਾਰਾਜਾ ਰਣਜੀਤ ਸਿੰਘ ਜੀ ਦੇ ਅਕਾਲ ਚਲਾਣੇ ਕਰ ਜਾਣ ਮਗਰੋਂ ਮਹਾਰਾਜਾ ਸ਼ੇਰ ਸਿੰਘ ਨੇ 1841 ਈਸਵੀ ਵਿੱਚ ਸ਼ਾਹ ਸੁਜਾ ਦੇ ਪਰਿਵਾਰ ਅਤੇ ਕੈਪਟਨ ਜਾਰਜ ਬਰਾਡਫੁੱਟ ਨੂੰ ਪੰਜਾਬ ਵਿੱਚੋਂ ਦੀ ਲੰਘਾ ਕੇ ਅਫਗਾਨਿਸਤਾਨ ਤੱਕ ਸੁਰੱਖਿਅਤ ਪਹੁੰਚਾਉਣ ਲਈ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਿਆਂ ਦੀ ਡਿਊਟੀ ਲਾਈ। ਇਸ ਕੰਮ ਲਈ ਸਿੱਖ ਫੌਜ ਉਹਨਾਂ ਦੀ ਸਰਦਾਰੀ ਥੱਲੇ ਭੇਜੀ। ਸਰ ਸ਼ਾਮ ਸਿੰਘ ਜੀ ਨੇ ਇਹ ਕਾਰਜ ਸ਼ੱਕੀ ਸੁਭਾਅ ਦੇ ਬਰਾਡਫੁੱਟ ਦੀਆਂ ਕਈ ਤਰ੍ਹਾਂ ਦੀਆਂ ਉਕਸਾਹਟਾਂ ਦੇ ਬਾਵਜੂਦ ਬੜੇ ਸੁਚੱਜੇ ਢੰਗ ਨਾਲ ਸਿਰੇ ਚਾੜਿਆ ਅਤੇ ਸਿੱਖ ਰਾਜ ਅਤੇ ਈਸਟ ਇੰਡੀਆ ਕੰਪਨੀ ਵਿਚਾਲੇ ਸੰਬੰਧ ਵਿਗਾੜਨ ਵਿੱਚ ਬਰਾਡਫੁੱਟ ਨੂੰ ਸਫਲ ਨਾ ਹੋਣ ਦਿੱਤਾ। ਇਸ ਕਾਫਲੇ ਵਿੱਚ ਸ਼ਾਹ ਸੁਜਾ ਦੇ ਪਰਿਵਾਰ ਦੀਆਂ ਕੋਈ 600 ਇਸਤਰੀਆਂ, ਕੁਝ ਨੌਕਰ ਅਤੇ ਉਹਨਾਂ ਦਾ ਕੀਮਤੀ ਸਾਜੋ ਸਮਾਨ ਸੀ, ਜਿਸ ਦੀ ਰਾਖੀ ਲਈ ਅੰਗਰੇਜ਼ਾਂ ਵੱਲੋਂ ਬਰਾਡਫੁੱਟ ਨਿਯੁਕਤ ਕੀਤਾ ਹੋਇਆ ਸੀ। ਇਸ ਕਾਫਲੇ ਨੇ ਅੰਗਰੇਜ਼ੀ ਇਲਾਕੇ ਦੇ ਲੁਧਿਆਣਾ ਸ਼ਹਿਰ ਤੋਂ ਚੱਲ ਕੇ ਕਾਬਲ ਪੁੱਜਣਾ ਸੀ। 15 ਸਤੰਬਰ 1843 ਨੂੰ ਮਹਾਰਾਜਾ ਸ਼ੇਰ ਸਿੰਘ ਅਤੇ ਮੁੱਖ ਮੰਤਰੀ ਧਿਆਨ ਸਿੰਘ ਤੇ ਸਰਦਾਰ ਲਹਿਣਾ ਸਿੰਘ, ਸਰਦਾਰ ਅਜੀਤ ਸਿੰਘ ਸੰਧਾਵਾਲੀਆ ਦੇ ਹੱਥੋਂ ਕਤਲ ਹੋਣ ਮਗਰੋਂ ਨਾਬਾਲਗ ਦਲੀਪ ਸਿੰਘ ਨੂੰ ਤਖਤ ਤੇ ਬਿਰਾਜਮਾਨ ਕੀਤਾ ਗਿਆ ਤੇ ਧਿਆਨ ਸਿੰਘ ਡੋਗਰੇ ਦਾ ਪੁੱਤਰ ਹੀਰਾ ਸਿੰਘ ਡੋਗਰਾ ਆਪ ਮੁੱਖ ਮੰਤਰੀ ਬਣ ਬੈਠਾ। ਇਹ ਨੌਜਵਾਨ ਮੁੱਦਤ ਤੋਂ ਇਸ ਪਦਵੀ ਤੇ ਹੀ ਨਹੀਂ ਸਗੋਂ ਪੰਜਾਬ ਦਾ ਮਹਾਰਾਜਾ ਬਣਨ ਦੇ ਸੁਪਨੇ ਲੈ ਰਿਹਾ ਸੀ। ਇਸਨੇ ਆਪਣੇ ਵੈਰੀਆਂ ਨੂੰ ਇੱਕ ਇੱਕ ਕਰਕੇ ਮੁਕਾਉਣਾ ਸ਼ੁਰੂ ਕੀਤਾ। ਪਹਿਲਾਂ ਤਾਂ ਆਪਣੇ ਸਕੇ ਚਾਚੇ ਸੁਚੇਤ ਸਿੰਘ ਨੂੰ ਫੌਜੀਆਂ ਹੱਥੋਂ ਕਤਲ ਕਰਵਾਇਆ ਤੇ ਫੌਜੀਆਂ ਦੀ ਤਨਖਾਹ ਵਧਾ ਕੇ ਸੋਨੇ ਦੇ ਕੈਂਠੇ ਹੱਥ ਦੇ ਕੇ ਆਪਣੇ ਵੱਲ ਕੀਤਾ ਤੇ ਫਿਰ ਸਿੱਖ ਫੌਜੀਆਂ ਦੇ ਹੱਥੋਂ ਹੀ ਸੰਤ ਬਾਬਾ ਵੀਰ ਸਿੰਘ ਨੌਰੰਗਾਵਾਦੀਆਂ ਨੂੰ ਤੋਪ ਦੇ ਗੋਲੇ ਨਾਲ ਉਡਵਾ ਦਿੱਤਾ ਤੇ ਹੋਰ ਨਿੱਜੀ ਵੈਰੀਆਂ ਨੂੰ ਮਾਰ ਮੁਕਾਇਆ। ਬਾਬਾ ਵੀਰ ਸਿੰਘ ਜੀ ਨੂੰ ਖਤਮ ਕਰਨ ਵਾਲੀਆਂ ਫੌਜਾਂ ਜਦੋਂ ਵਾਪਸ ਪਰਤੀਆਂ ਤਾਂ ਲੋਕਾਈ ਨੇ ਇਹਨਾਂ ਨੂੰ ਫਟਕਾਰਾਂ ਪਾਈਆਂ, ਪਰ ਹੀਰਾ ਸਿੰਘ ਇਨਾਮ ਦੇ ਦੇ ਕੇ ਇਹਨਾਂ ਫੌਜੀਆਂ ਨੂੰ ਆਪਣੇ ਵੱਲ ਕਰੀ ਰੱਖਣ ਵਿੱਚ ਸਫਲ ਰਿਹਾ। ਇਸ ਘਟਨਾ ਤੋਂ ਪਹਿਲਾਂ ਸਰਦਾਰ ਸ਼ਾਮ ਸਿੰਘ ਆਪਣੇ ਲੜਕੇ ਦੇ ਚਲਾਣੇ ਕਾਰਨ ਅਟਾਰੀ ਗਏ ਹੋਏ ਸਨ। ਜਦੋਂ ਫੌਜੀਆਂ ਦੀ ਹਰਾਸਿੰਗ ਤੇ ਆਖੇ ਲੱਗ ਕੇ ਕੀਤੀ ਇਸ ਅਤ ਨੀਚ ਹਰਕਤ ਦਾ ਪਤਾ ਲੱਗਾ ਤਾਂ ਫੌਜੀਆਂ ਨੂੰ ਉਹਨਾਂ ਫਿਟਕਾਰਾਂ ਪਾਈਆਂ ਤੇ ਕਿਹਾ, ਜੇ ਰੁਪਏ ਦੀ ਹੀ ਤੁਹਾਨੂੰ ਭੁੱਖ ਸੀ ਤਾਂ ਮੈਥੋਂ ਲੈ ਲੈਂਦੇ। ਬਾਬਾ ਵੀਰ ਸਿੰਘ ਜੀ ਵਰਗੇ ਰਾਜ ਦੇ ਹਮਾਇਤੀ ਮਹਾਂਪੁਰਖਾਂ ਨੂੰ ਮਾਰ ਮੁਕਾਉਣ ਵਰਗਾ ਘ੍ਰਿਣਿਤ ਕੰਮ ਤੁਸੀਂ ਕਿਉਂ ਕੀਤਾ? ਤੁਹਾਨੂੰ ਆਪਣੇ ਧਰਮ ਵਿੱਚ ਪੱਕੇ ਰਹਿਣਾ ਚਾਹੀਦਾ ਹੈ ਅਤੇ ਐਵੇਂ ਡੋਗਰਿਆਂ ਦੀਆਂ ਚਾਲਾਂ ਵਿੱਚ ਆ ਕੇ ਖਾਲਸਾ ਰਾਜ ਨੂੰ ਕਮਜ਼ੋਰ ਨਹੀਂ ਕਰਨਾ ਚਾਹੀਦਾ। ਸਰ ਸ਼ਾਮ ਸਿੰਘ ਹੀਰਾ ਸਿੰਘ ਦੇ ਇਸ ਕਾਰਜ ਤੋਂ ਬਹੁਤ ਦੁਖੀ ਹੋਏ। 1844 ਦੇ ਦਸੰਬਰ ਦੀ 12 ਤਰੀਕ ਦਾ ਦਿਨ ਸੀ। ਹੀਰਾ ਸਿੰਘ ਲਈ ਬੜਾ ਮਨਹੂਸ ਸਿੱਧ ਹੋਇਆ। ਰਾਣੀ ਜਿੰਦਾ ਮਹਾਰਾਜਾ ਦਲੀਪ ਸਿੰਘ ਨੂੰ ਲੈ ਕੇ ਫੌਜਾਂ ਵੀ ਜਾ ਪੁੱਜੀ ਤੇ ਕਹਿਣ ਲੱਗੀ,
ਮੈਂ ਕੋਟ ਕਰਦਾ ਕਿ ਖਾਲਸਾ ਜੀ, ਜੇਕਰ ਪੰਜਾਬ ਦਾ ਬਾਦਸ਼ਾਹ ਦਲੀਪ ਸਿੰਘ ਹੈ ਤਾਂ ਉਹ ਮੇਰੀ, ਮੇਰੇ ਭਰਾ ਤੇ ਹੋਰ ਸਿੱਖ ਸਰਦਾਰਾਂ ਦੀ ਸਲਾਹ ਨਾਲ ਰਾਜ ਕਰੇਗਾ, ਤੇ ਜੇ ਅਸਲ ਵਿੱਚ ਬਾਦਸ਼ਾਹ ਮੁੱਖ ਮੰਤਰੀ ਹੀਰਾ ਸਿੰਘ ਹੈ ਤਾਂ ਮੇਰਾ ਬੱਚਾ ਦਲੀਪ ਸਿੰਘ ਅਜਿਹੀ ਬਾਦਸ਼ਾਹੀ ਅੱਜ ਹੀ ਛੱਡਦਾ ਹੈ। ਅਨਕੋ ਫੌਜੀਆਂ ਨੇ ਉੱਤਰ ਦਿੱਤਾ ਕਿ ਸਾਡਾ ਬਾਦਸ਼ਾਹ ਪੂਰੇ ਤੌਰ ਤੇ ਸਰਦਾਰ ਦਲੀਪ ਸਿੰਘ ਹੈ, ਤੇ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਦੀ ਗੂੰਜ ਦੁਆਰਾ ਫੌਜੀਆਂ ਨੇ ਇਸ ਫੈਸਲੇ ਦੀ ਪੁਸ਼ਟੀ ਕਰ ਦਿੱਤੀ। ਜਦੋਂ ਹੀਰਾ ਸਿੰਘ ਨੂੰ ਸਿੱਖ ਫੌਜੀਆਂ ਦੀ ਰਾਣੀ ਜਿੰਦਾ ਲਈ ਇਤਨੀ ਪ੍ਰਬਲ ਹਮਾਇਤ ਦਾ ਪਤਾ ਲੱਗਾ ਤਾਂ ਉਹ ਆਪਣੇ ਨਿੱਜੀ ਸਲਾਹਕਾਰ, ਸਿੱਖ ਰਾਜ ਦੇ ਦੁਸ਼ਮਣ ਪੰਡਤ ਜਲੇ ਸਣੇ ਹਾਥੀਆਂ ਤੇ ਸਵਾਰ ਹੋ ਕੇ ਧੋਖੇ ਨਾਲ ਮਹਿਲਾਂ ਵਿੱਚ ਜਾਣ ਦਾ ਬਹਾਨਾ ਕਰਕੇ ਜੰਮੂ ਵੱਲ ਨੂੰ ਭਾਈ ਖਲੋਤਾ, ਤੇ ਦੋਵੇਂ ਉਹਨਾਂ 3000 ਡੋਗਰੇ ਫੌਜੀਆਂ ਵਿੱਚ ਜਾ ਪੁੱਜੇ, ਜਿਨ੍ਹਾਂ ਨੂੰ ਲਾਹੌਰੋਂ ਬਾਹਰ ਜੰਮੂ ਦੇ ਰਸਤੇ ਵਿੱਚ ਅੱਗੋਂ ਦੀ ਜਿਹੜਾ ਹੈ ਉਹ ਤਾਇਨਾਤ ਕੀਤਾ ਹੋਇਆ ਸੀ। ਹੀਰਾ ਸਿੰਘ ਤੇ ਪੰਡਤ ਜਲਾਓ ਲਾਹੌਰ ਦਰਬਾਰ ਦਾ ਖਜ਼ਾਨਾ ਵੀ ਨਾਲ ਹੀ ਲੈ ਜਾਣ ਵਿੱਚ ਸਫਲ ਹੋ ਗਏ। ਜਦੋਂ ਹੀਰਾ ਸਿੰਘ ਤੇ ਪੰਡਤ ਜਲਾਓ ਦੇ ਇਉਂ ਖਜ਼ਾਨੇ ਸਮੇਤ ਖਿਸਕਣ ਦਾ ਸਮਾਚਾਰ ਸਰਦਾਰ ਸ਼ਾਮ ਸਿੰਘ ਜੀ ਅਟਾਰੀ ਵਾਲਿਆਂ ਨੂੰ ਮਿਲਿਆ ਤਾਂ ਉਹਨਾਂ ਸਿੱਖ ਫੌਜ ਨੂੰ ਨਾਲ ਲੈ ਕੇ ਇਹਨਾਂ ਭਗੌੜਿਆਂ ਤੇ ਸਿੱਖ ਰਾਜ ਦੇ ਹਕੀਕੀ ਵੈਰੀਆਂ ਦਾ ਪਿੱਛਾ ਕੀਤਾ। ਡੋਗਰੇ ਸਿੱਖ ਫੌਜ ਦਾ ਮੁਕਾਬਲਾ ਨਾ ਕਰ ਸਕੇ। ਹੀਰਾ ਸਿੰਘ ਨੇ ਭੱਜਦਿਆਂ ਹੋਇਆਂ ਨਾਲ ਲਿਆਇਆ ਧਨ ਫੌਜੀਆਂ ਵੱਲ ਸੁੱਟ ਕੇ ਜਾਨ ਬਚਾਉਣ ਦਾ ਯਤਨ ਕੀਤਾ, ਪਰ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਸਰਦਾਰੀ ਹੇਠ ਲੜ ਰਹੇ ਸਿੱਖ ਫੌਜੀਆਂ ਪਾਸੋਂ ਇਹ ਦੋਵੇਂ ਬਚ ਨਾ ਸਕੇ ਤੇ ਸਦਾ ਦੀ ਨੀਂਦ ਸੁਆ ਦਿੱਤੇ ਗਏ। ਸਰਦਾਰ ਸ਼ਾਮ ਸਿੰਘ ਦੀ ਬੜੇ ਚਿਰਾਂ ਦੀ ਰੀਝ ਅੱਜ ਇਹਨਾਂ ਸਿੱਖ ਰਾਜ ਨਾਲ ਧਰੋਹ ਕਰਨ ਵਾਲਿਆਂ ਦੀ ਅਲਖ ਮੁਕਾ ਕੇ ਪੂਰੀ ਹੋਈ, ਤੇ ਉਹ ਲਾਹੌਰ ਦਰਬਾਰ ਦਾ ਖਜ਼ਾਨਾ ਵੀ ਵਾਪਸ ਲਿਆਉਣ ਵਿੱਚ ਸਫਲ ਹੋਏ। ਜੰਮੂ ਤੋਂ ਆਏ ਡੋਗਰੇ ਸਿਰ ਤੇ ਪੈਰ ਰੱਖ ਕੇ ਭੱਜੇ, ਤੇ ਕਈ ਹੀਰਾ ਸਿੰਘ ਨੂੰ ਬਚਾਉਂਦੇ ਹੋਏ ਮੌਤ ਦੇ ਮੂੰਹ ਜਾ ਪਏ। ਹੀਰਾ ਸਿੰਘ ਦੇ ਘਰੋਂ ਕੋਈ 30 ਲੱਖ ਰੁਪਏ ਦਾ ਸਾਜ਼ ਸਮਾਨ ਨਿਕਲਿਆ, ਜੋ ਜ਼ਬਤ ਕਰ ਲਿਆ ਗਿਆ। ਹੁਣ ਰਾਜਾ ਗੁਲਾਬ ਸਿੰਘ ਡੋਗਰੇ ਨੂੰ ਸੋਧਣ ਦੀ ਡਿਊਟੀ ਵੀ ਸਰਦਾਰ ਸ਼ਾਮ ਸਿੰਘ ਦੀ ਲੱਗੀ। ਰਾਜਾ ਗੁਲਾਬ ਸਿੰਘ ਨੇ ਆਪਣੇ ਭਰਾ ਸੁਚੇਤ ਸਿੰਘ ਦੀ ਲਾਹੌਰ ਦਰਬਾਰ ਵੱਲੋਂ ਪ੍ਰਾਪਤ ਜਗੀਰ, ਜਿਹੜੀ ਕਿ ਸੁਚੇਤ ਸਿੰਘ ਦੇ ਨਿਸੰਤਾਨ ਮਰਨ ਮਗਰੋਂ ਲਾਹੌਰ ਦਰਬਾਰ ਦੇ ਕਬਜ਼ੇ ਵਿੱਚ ਚਲੀ ਜਾਣੀ ਸੀ, ਤੇ ਨਜਾਇਜ਼ ਕਬਜ਼ਾ ਹੀਰਾ ਸਿੰਘ ਦੇ ਵਕਤ ਤੋਂ ਹੀ ਕੀਤਾ ਹੋਇਆ ਸੀ। ਹੀਰਾ ਸਿੰਘ ਨੇ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੇ ਹੋਣ ਸਮੇਂ ਆਪਣੇ ਭਰਾ ਮੀਆਂ ਜਵਾਹਰ ਸਿੰਘ ਰਾਹੀਂ ਲਾਹੌਰ ਦਰਬਾਰ ਦਾ ਬਹੁਤ ਸਾਰਾ ਧਨ ਜੰਮੂ ਇਸ ਲਈ ਭੇਜਿਆ ਸੀ ਕਿ ਇਸ ਧਨ ਨੂੰ ਵਕਤ ਕੇ ਡੋਗਰਿਆਂ ਦੀ ਫੌਜ ਤਿਆਰ ਕੀਤੀ ਜਾਵੇ, ਜੋ ਸਮਾਂ ਆਉਣ ਤੇ ਲਾਹੌਰ ਦਰਬਾਰ ਦੇ ਡੋਗਰਿਆਂ ਦਾ ਰਾਜ ਕਾਇਮ ਕਰਨ ਵਿੱਚ ਸਹਾਈ ਹੋਵੇ, ਅਤੇ ਜੇ ਭੀੜਾ ਆ ਬਣੇ ਤਾਂ ਸਿੱਖ ਰਾਜ ਦੇ ਵੈਰੀ ਡੋਗਰਿਆਂ ਹੀਰਾ ਸਿੰਘ, ਪੰਡਤ ਜਲੇ ਆਦਿ ਦੀ ਰਾਖੀ ਕਰ ਸਕੇ। ਹੁਣ ਲਾਹੌਰ ਦਰਬਾਰ ਨੇ ਜੰਮੂ ਦੇ ਰਾਜਾ ਗੁਲਾਬ ਸਿੰਘ ਧਿਆਨ ਸਿੰਘ ਡੋਗਰੇ ਦੇ ਭਰਾ ਪਾਸੋਂ ਮੰਗ ਕੀਤੀ ਕਿ ਉਹ ਸੁਚੇਤ ਸਿੰਘ ਦੀ ਜਗੀਰ ਲਾਹੌਰ ਦਰਬਾਰ ਨੂੰ ਵਾਪਸ ਕਰੇ। ਦੂਸਰਾ, ਹੀਰਾ ਸਿੰਘ ਦੇ ਸਮੇਂ ਦੀ ਜੰਮੂ ਵੱਲ ਬਕਾਇਆ ਰਕਮ ਵਾਪਸ ਕਰੇ, ਅਤੇ ਤੀਸਰਾ, ਹੀਰਾ ਸਿੰਘ ਦਾ ਇਲਾਕਾ ਤੇ ਮਾਲ ਲਾਹੌਰ ਦਰਬਾਰ ਦੇ ਹਵਾਲੇ ਕਰੇ। ਗੁਲਾਬ ਸਿੰਘ ਨੇ ਕੋਈ ਗੱਲ ਵੀ ਨਾ ਮੰਨੀ ਤੇ ਮੁਕਾਬਲਾ ਕਰਨ ਲਈ ਤਿਆਰ ਹੋ ਗਿਆ। ਇੱਕ ਲੰਮੇ ਘੋਲ ਮਗਰੋਂ 7 ਅਪ੍ਰੈਲ 1845 ਈਸਵੀ ਨੂੰ ਸਰਦਾਰ ਸ਼ਾਮ ਸਿੰਘ ਅਟਾਰੀ, ਸਰਦਾਰ ਲਾਲ ਸਿੰਘ ਤੇ ਸਰਦਾਰ ਸੇਵਾ ਸਿੰਘ ਮਜੀਠੀਆ ਰਾਜਾ ਗੁਲਾਬ ਸਿੰਘ ਨੂੰ ਲਾਹੌਰ ਦਰਬਾਰ ਵਿੱਚ ਪੇਸ਼ ਕਰਨ ਵਿੱਚ ਸਫਲ ਹੋ ਗਏ। ਰਾਜਾ ਗੁਲਾਬ ਸਿੰਘ ਡੋਗਰੇ ਨੇ ਲਾਹੌਰ ਦਰਬਾਰ ਵਿੱਚ ਪੇਸ਼ ਹੋ ਕੇ 68 ਲੱਖ ਰੁਪਏ ਨਗਦ ਦੇਣਾ ਪ੍ਰਵਾਨ ਕੀਤਾ, ਅਤੇ ਸੁਚੇਤ ਸਿੰਘ, ਹੀਰਾ ਸਿੰਘ ਦੀਆਂ ਜਗੀਰਾਂ ਲਾਹੌਰ ਦਰਬਾਰ ਦੇ ਹਵਾਲੇ ਕਰ ਦਿੱਤੀਆਂ। ਗੁਲਾਬ ਸਿੰਘ ਨੂੰ 4 ਮਹੀਨੇ ਲਾਹੌਰ ਦਰਬਾਰ ਵਿੱਚ ਰਹਿ ਕੇ ਇਹ ਸਾਰਾ ਹਿਸਾਬ ਕਿਤਾਬ ਚੁਕਾਉਣ ਮਗਰੋਂ ਜੰਮੂ ਪਰਤਣ ਦੀ ਆਗਿਆ ਮਿਲ ਸਕੀ। ਲਾਹੌਰ ਦਰਬਾਰ ਦੀਆਂ ਫੌਜਾਂ ਦੀ ਜੰਮੂ ਤੇ ਚੜ੍ਹਾਈ ਸਮੇਂ ਰਾਜਾ ਗੁਲਾਬ ਸਿੰਘ ਨੇ ਅੰਗਰੇਜ਼ਾਂ ਪਾਸੋਂ ਮਦਦ ਜਾਰਜ ਬਰਾਡਫੁੱਟ ਰਾਹੀਂ ਮੰਗੀ, ਪਰ ਉਹ ਇਹ ਯਤਨ ਉਸ ਵੇਲੇ ਸਫਲ ਨਾ ਹੋ ਸਕਿਆ। ਸਰਦਾਰ ਸ਼ਾਮ ਸਿੰਘ ਲਾਹੌਰ ਦਰਬਾਰ ਦੇ ਰਾਜਸੀ ਮਾਮਲਿਆਂ ਤੋਂ ਆਪਣੇ ਆਪ ਨੂੰ ਆਮ ਕਰਕੇ ਦੂਰ ਹੀ ਰੱਖਦੇ ਸਨ। ਡੋਗਰਿਆਂ ਦੇ ਵਿਰੁੱਧ ਸੰਘਰਸ਼ ਉਹਨਾਂ ਇਸ ਲਈ ਕੀਤਾ ਸੀ ਕਿ ਡੋਗਰੇ ਮਹਾਰਾਜਾ ਰਣਜੀਤ ਸਿੰਘ ਮਗਰੋਂ ਸਿੱਖ ਰਾਜ ਨੂੰ ਨਸ਼ਟ ਕਰਕੇ
ਪੰਜਾਬ ਵਿੱਚ ਡੋਗਰਿਆਂ ਦਾ ਰਾਜ ਸਥਾਪਿਤ ਕਰਨ ਦੀਆਂ ਗੋਂਦਾਂ ਗੁੰਦੇ ਸਨ ਤੇ ਸਰਦਾਰ ਸ਼ਾਮ ਸਿੰਘ ਸਿੱਖ ਰਾਜ ਦੀ ਪ੍ਰਭੁਤਾ ਨੂੰ ਪ੍ਰਫੁੱਲਤਾ ਹੁੰਦਾ ਦੇਖਣਾ ਚਾਹੁੰਦੇ ਸਨ। ਕੇਵਲ ਡੋਗਰੇ ਹੀ ਨਹੀਂ, ਅੰਗਰੇਜ਼ ਵੀ ਪੰਜਾਬ ਨੂੰ ਆਪਣੇ ਅਧੀਨ ਕਰਨ ਲਈ ਯਤਨ ਕਰ ਰਹੇ ਸਨ। ਅੰਗਰੇਜ਼ਾਂ ਨੇ ਆਪਣੇ ਇਸ ਮੰਤਵ ਦੀ ਪੂਰਤੀ ਲਈ ਗਦਾਰ ਡੋਗਰਿਆਂ ਦਾ ਪੂਰਾ ਫਾਇਦਾ ਉਠਾਇਆ। ਗੁਲਾਬ ਸਿੰਘ, ਤੇਜਾ ਸਿੰਘ ਤੇ ਲਾਲ ਸਿੰਘ ਨਮਕ ਹਰਾਮੀਆਂ ਨੇ ਸਾਜ਼ਿਸ਼ ਰਚ ਕੇ ਆਖਰ ਪੰਜਾਬ ਨੂੰ ਅੰਗਰੇਜ਼ ਰਾਜ ਦਾ ਹਿੱਸਾ ਬਣਾ ਹੀ ਦਿੱਤਾ। ਇਹਨਾਂ ਗਦਾਰਾਂ ਨੇ ਅੰਗਰੇਜ਼ਾਂ ਨੂੰ ਪੰਜਾਬ ਉੱਤੇ ਕਬਜ਼ਾ ਕਰਨ ਲਈ ਉਕਸਾਇਆ ਅਤੇ ਸਿੱਖ ਫੌਜਾਂ ਦੇ ਭੇਦ ਅੰਗਰੇਜ਼ਾਂ ਨੂੰ ਦੱਸੇ। ਰਿਜ਼ਲਟ ਇਹ ਹੋਇਆ ਕਿ ਅੰਗਰੇਜ਼ਾਂ ਨੇ ਸਤਲੁਜ ਪਾਰ ਕੀਤਾ ਅਤੇ ਸਿੱਖ ਰਾਜ ਦੇ ਉਹਨਾਂ ਇਲਾਕਿਆਂ ਉੱਤੇ ਕਬਜ਼ਾ ਕਰ ਲਿਆ ਜਿਹੜੇ ਸਿੱਖ ਰਾਜ ਦਾ ਹਿੱਸਾ ਸਨ, ਪਰ 1809 ਈਸਵੀ ਦੀ ਸੰਧੀ ਅਨੁਸਾਰ ਉੱਥੇ ਸਿੱਖ ਫੌਜ ਨਹੀਂ ਸੀ ਰੱਖੀ ਜਾ ਸਕਦੀ। ਅੰਗਰੇਜ਼ਾਂ ਦੇ ਅਜਿਹਾ ਕਰਨ ਤੇ ਸਿੱਖ ਫੌਜਾਂ ਰੋਹ ਵਿੱਚ ਆਈਆਂ। ਉਹਨਾਂ ਨੇ ਆਪਣੇ ਇਲਾਕੇ ਵਾਪਸ ਲੈਣ ਲਈ ਸਤਲੁਜ ਪਾਰ ਕੀਤਾ। ਇੱਥੋਂ ਸਿੱਖਾਂ ਤੇ ਅੰਗਰੇਜ਼ਾਂ ਵਿਚਾਲੇ ਜੰਗ ਦਾ ਆਰੰਭ ਹੋਇਆ। ਸਿੱਖ ਹਰ ਯੁੱਧ ਵਿੱਚ ਜਾਨਾਂ ਖੋਲ ਕੇ ਲੜੇ। ਜਦੋਂ ਵੀ ਸਿੰਘ ਜਿੱਤ ਦੇ ਨੇੜੇ ਪਹੁੰਚ ਜਾਂਦੇ, ਉਦੋਂ ਹੀ ਡੋਗਰਾ ਅੰਗਰੇਜ਼ਾਂ ਨਾਲ ਸਾਜ਼ਿਸ਼ਾਂ ਰਚ ਕੇ ਸਿੱਖਾਂ ਦੀ ਜਿੱਤੀ ਹੋਈ ਬਾਜੀ ਨੂੰ ਹਾਰ ਵਿੱਚ ਬਦਲ ਦਿੰਦੇ। ਅੰਗਰੇਜ਼ਾਂ ਤੇ ਸਿੱਖਾਂ ਦੀਆਂ ਹੇਠ ਲਿਖੀਆਂ ਮੁੱਖ ਲੜਾਈਆਂ ਪ੍ਰਸਿੱਧ ਹਨ। ਮੁਦਕੀ ਦੀ ਲੜਾਈ 18 ਅਤੇ 19 ਦਸੰਬਰ 1845 ਨੂੰ ਹੋਈ। ਫੇਰੂ ਸ਼ਾਹ ਦੀ ਲੜਾਈ 21 ਅਤੇ 22 ਦਸੰਬਰ 1845 ਨੂੰ ਹੋਈ। ਬੱਦੋਵਾਲ ਦੀ ਲੜਾਈ 6 ਜਨਵਰੀ 1846 ਨੂੰ ਹੋਈ। ਆਲੀਵਾਲ ਵਿਖੇ ਲੜਾਈ 28 ਜਨਵਰੀ 1846 ਨੂੰ ਹੋਈ ਤੇ ਸਭਰਾਵਾਂ ਦੀ ਲੜਾਈ 10 ਫਰਵਰੀ 1846 ਨੂੰ ਹੋਈ। ਸਿੱਖ ਫੌਜੀ ਤਾਂ ਸਿੱਖੀ ਆਨ ਸ਼ਾਨ ਲਈ ਜੀ ਜਾਨ ਨਾਲ ਲੜੇ, ਪਰ ਜਿਸ ਫੌਜ ਦੇ ਕਮਾਂਡਰ ਤੇਜਾ ਸਿੰਘ ਤੇ ਲਾਲ ਸਿੰਘ ਅਕਿਰਤਕਾਨ ਹੋਣ ਅਤੇ ਆਪਣੇ ਹੀ ਫੌਜੀਆਂ ਨੂੰ ਖਤਮ ਕਰਨ ਲਈ ਦੁਸ਼ਮਣਾਂ ਨਾਲ ਸੰਧੀਆਂ ਕਰਨ, ਸਾਜ਼ਿਸ਼ਾਂ ਰਚਨ, ਉਸ ਦੇ ਜਿੱਤਣ ਦੀ ਕਲਪਨਾ ਕਿਵੇਂ ਕੀਤੀ ਜਾ ਸਕਦੀ ਹੈ। ਸਰ ਸ਼ਾਮ ਸਿੰਘ ਅਟਾਰੀ ਅੰਗਰੇਜ਼ਾਂ ਨਾਲ ਸਿੰਘਾਂ ਦੀਆਂ ਲੜਾਈਆਂ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਸਪੁੱਤਰ ਸਰ ਕਾਹਨ ਸਿੰਘ ਦੀ ਸ਼ਾਦੀ ਦੇ ਸਬੰਧ ਵਿੱਚ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਕੱਕੜਵਾਲੇ ਗਏ ਹੋਏ ਸਨ। ਆਪ ਲਾਹੌਰ ਤੋਂ ਨੌਕਰੀ ਛੱਡ ਕੇ ਵਾਪਸ ਅਟਾਰੀ ਆ ਗਏ ਸਨ। ਲਾਹੌਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਚਲਾਣੇ ਮਗਰੋਂ ਵਾਪਰੀਆਂ ਘਟਨਾਵਾਂ ਤੋਂ ਆਪ ਬਹੁਤ ਦੁਖੀ ਰਹੇ ਅਤੇ ਬੇਲਗਾਮੇ ਫੌਜੀਆਂ ਤੇ ਰਾਜ ਅਧਿਕਾਰੀਆਂ ਦੀਆਂ ਮਨਮਰਜ਼ੀਆਂ ਸਾਹਮਣੇ ਆਪਣੇ ਆਪ ਨੂੰ ਬੇਵਸ ਜਾਣ ਕੇ ਨੌਕਰੀ ਛੱਡ ਕੇ ਵਾਪਸ ਘਰ ਆ ਜਾਣ ਵਿੱਚ ਹੀ ਆਪਨੇ ਬਿਹਤਰੀ ਸਮਝੀ ਸੀ। ਜਦੋਂ ਕਕੜਾਲੇ ਪਿੰਡ ਵਿੱਚ ਆਏ ਹੋਏ ਸਰ ਸ਼ਾਮ ਸਿੰਘ ਅਟਾਰੀ ਨੂੰ ਸਿੱਖ ਫੌਜਾਂ ਦੇ ਸਤਲੁਜ ਪਾਰ ਕਰਾਉਣ ਦੀ ਖਬਰ ਮਿਲੀ ਤਾਂ ਆਪ ਝਟਪਟ ਵਾਪਸ ਅਟਾਰੀ ਆ ਗਏ। ਜਦੋਂ ਮਹਾਰਾਣੀ ਜਿੰਦ ਕੌਰ ਨੂੰ ਸਿੱਖ ਫੌਜਾਂ ਦੀ ਫੇਰੂ ਸ਼ਾਹ ਵਿਖੇ ਹੋਈ ਹਾਰ ਦੀ ਖਬਰ ਮਿਲੀ ਤਾਂ ਉਹਨੇ 10 ਘੋੜ ਸਵਾਰਾਂ ਦਾ ਸਰ ਸ਼ਾਮ ਸਿੰਘ ਅਟਾਰੀ ਨੂੰ ਇਹ ਸੁਨੇਹਾ ਦੇ ਕੇ ਘੱਲਿਆ, ਸਰਦਾਰ ਜੀ, ਹੁਣ ਤੁਸੀਂ ਹੀ ਸਿੱਖ ਰਾਜ ਦੇ ਬਚਾਅ ਲਈ ਕੁਝ ਕਰ ਸਕਦੇ ਹੋ। ਆਓ ਤੇ ਆ ਕੇ ਸਿੱਖ ਫੌਜ ਦੀ ਕਮਾਨ ਸੰਭਾਲੋ। ਮਹਾਰਾਣੀ ਜਿੰਦਾਂ ਦਾ ਸੁਨੇਹਾ ਮਿਲਦੇ ਸਾਰ ਸਰ ਸ਼ਾਮ ਸਿੰਘ ਅਟਾਰੀ ਲੜਾਈ ਲਈ ਮੈਦਾਨ ਨੂੰ ਜਾਣ ਲਈ ਤਿਆਰ ਹੋ ਗਏ। ਘਰੋਂ ਤੁਰਨ ਤੋਂ ਪਹਿਲਾਂ ਪ੍ਰਣ ਕੀਤਾ ਕਿ ਜਾਂ ਤਾਂ ਜਿੱਤ ਪ੍ਰਾਪਤ ਕਰਕੇ ਪਰਤਾਂਗਾ ਤੇ ਜਾਂ ਫਿਰ ਸ਼ਹੀਦੀ ਪਾਵਾਂਗਾ, ਹਾਰ ਕੇ ਵਾਪਸ ਨਹੀਂ ਮੁੜਾਂਗਾ। ਅਟਾਰੀ ਤੋਂ ਚੱਲ ਕੇ ਮੈਂ ਇੱਥੇ ਇੱਕ ਬੇਨਤੀ ਕਰਾਂ ਕਿ ਜਿਸ ਵੇਲੇ ਸਰ ਸ਼ਾਮ ਸਿੰਘ ਜੀ ਅਟਾਰੀ ਵਾਲੇ ਘਰੋਂ ਤੁਰਨ ਲੱਗੇ ਤਾਂ ਉਹਨਾਂ ਆਪਣੀ ਜੋ ਘਰਵਾਲੀ ਸੀਗੀ ਉਹਨੂੰ ਇਹ ਗੱਲ ਕਹੀ ਕਿ ਮੈਂ ਸਿਰਫ ਤਲਵਾਰ ਲੈ ਕੇ ਜਾ ਰਿਹਾ ਤੇ ਮਿਆਨ ਮੈਂ ਘਰ ਛੱਡ ਕੇ ਚੱਲਿਆ। ਜੇ ਮੈਂ ਜਿੱਤ ਕੇ ਆਵਾਂਗਾ ਤੇ ਇਹ ਤਲਵਾਰ ਉਸ ਮਿਆਨ ਵਿੱਚ ਪਾਵਾਂਗਾ, ਨਹੀਂ ਤੇ ਸਮਝ ਲਈ ਕਿ ਮੈਂ ਜੰਗ ਵਿੱਚ, ਮੈਦਾਨੇ ਜੰਗ ਵਿੱਚ ਸ਼ਹੀਦ ਹੋ ਗਿਆ ਹਾਂ। ਹਾਰ ਕੇ ਵਾਪਸ ਨਹੀਂ ਮੁੜਾਂਗਾ। ਅਟਾਰੀ ਤੋਂ ਚੱਲ ਕੇ ਆਪ ਸਿੱਧੇ ਲੜਾਈ ਦੇ ਮੈਦਾਨ ਵਿੱਚ ਪੁੱਜ ਗਏ, ਜਿੱਥੇ ਸਿੱਖ ਫੌਜਾਂ ਫੇਰੂ ਸ਼ਾਹ ਦੀ ਹਾਰ ਮਗਰੋਂ ਇਕੱਠੀਆਂ ਹੋ ਰਹੀਆਂ ਸਨ। ਜਦੋਂ ਸਿੱਖ ਫੌਜੀਆਂ ਪਾਸੋਂ ਉਹਨਾਂ ਨੂੰ ਹੁਣ ਤੱਕ ਦੀਆਂ ਹੋਈਆਂ ਲੜਾਈਆਂ ਦਾ ਹਾਲ ਪਤਾ ਲੱਗਾ ਤਾਂ ਆਪ ਗਦਾਰ ਤੇਜਾ ਸਿੰਘ, ਲਾਲ ਸਿੰਘ ਦੀਆਂ ਸ਼ਰਮਨਾਕ ਹਰਕਤਾਂ ਸੁਣ ਕੇ ਸੁੰਨ ਹੋ ਗਏ। ਇਹਨਾਂ ਲੜਾਈਆਂ ਵਿੱਚ ਜਿਹੜਾ ਜੰਗੀ ਸਮਾਨ ਤੇ ਤੋਪਾਂ ਸਿੱਖ ਫੌਜੀਆਂ ਦਾ ਅੰਗਰੇਜ਼ਾਂ ਦੇ ਹੱਥ ਆਇਆ ਸੀ, ਉਹਦੇ ਕਾਰਨ ਸਿੱਖ ਫੌਜਾਂ ਦੀ ਲੜਨ ਦੀ ਸਮਰੱਥਾ ਅੰਗਰੇਜ਼ਾਂ ਦੇ ਮੁਕਾਬਲੇ
ਘਟ ਚੁੱਕੀ ਸੀ। ਆਉਣ ਵਾਲੀ ਲੜਾਈ ਵੀ ਤਾਂ ਹਾਲਾਂ ਪਿੱਛੋਂ ਜੰਗੀ ਸਮਾਨ ਦੀ ਮਦਦ ਭੇਜਣ ਦਾ ਕੰਮ ਗਦਾਰ ਤੇਜਾ ਸਿੰਘ, ਲਾਲ ਸਿੰਘ ਤੇ ਉਹਨਾਂ ਦੇ ਟੋਲੇ ਦੇ ਹਾਥੀ ਸੀ। ਇਹਨਾਂ ਹਾਲਾਤਾਂ ਵਿੱਚ ਸਰ ਸ਼ਾਮ ਸਿੰਘ ਅਟਾਰੀ ਨੂੰ ਸਿੱਖ ਫੌਜ ਦੀ ਕਮਾਨ ਸੰਭਾਲਣੀ ਪਈ। ਉਹਨਾਂ ਨੇ ਸਿੱਖ ਫੌਜ ਦੀ ਜਿੱਤ ਦੀ ਆਸ ਨਜ਼ਰ ਨਹੀਂ ਸੀ ਆ ਰਹੀ, ਪਰ ਉਹਨਾਂ ਪਾਸੋਂ ਇਹ ਜ਼ਿੰਮੇਵਾਰੀ ਸੰਭਾਲਣ ਤੋਂ ਛੁੱਟ ਹੋਰ ਕੋਈ ਚਾਰਾ ਵੀ ਤਾਂ ਨਹੀਂ ਸੀ। ਸਰ ਸ਼ਾਮ ਸਿੰਘ ਨੇ ਉਹਨਾਂ ਸਿੱਖ ਫੌਜੀਆਂ ਸਾਹਮਣੇ ਇਹ ਐਲਾਨ ਕੀਤਾ ਕਿ ਆਪ ਅੰਗਰੇਜ਼ਾਂ ਦਾ ਡਟ ਕੇ ਮੁਕਾਬਲਾ ਕਰਨਗੇ ਅਤੇ ਸ਼ੇਰੇ ਪੰਜਾਬ ਦੇ ਖਾਲਸਾ ਰਾਜ ਤੇ ਕਬਜ਼ਾ ਕਰਨ ਦੇ ਅੰਗਰੇਜ਼ਾਂ ਦੇ ਯਤਨਾਂ ਨੂੰ ਅਸਫਲ ਕਰਨ ਲਈ ਪੂਰੀ ਤਾਣ ਲਾ ਦੇਣਗੇ। ਹਾਰੇ ਹੋਏ ਫੌਜੀਆਂ ਦੇ ਦਿਲਾਂ ਨੂੰ ਇਸ ਐਲਾਨ ਨੇ ਢਾਰਸ ਦਿੱਤੀ ਤਾਂ ਉਹ ਫਿਰ ਇੱਕ ਵਾਰੀ ਫਰੰਗੀਆਂ ਨਾਲ ਦੋ ਹੱਥ ਕਰਨ ਨੂੰ ਤਿਆਰ ਹੋ ਗਏ। ਗਦਾਰ ਤੇਜਾ ਸਿੰਘ ਨੇ ਹਾਲਾਂ ਵੀ ਗਦਾਰੀ ਵਾਲਾ ਰੋਲ ਜਾਰੀ ਰੱਖਿਆ। 9 ਫਰਵਰੀ 1846 ਨੂੰ ਆਖਰੀ ਵਾਰ ਉਹਨੇ ਸਰਦਾਰ ਸ਼ਾਮ ਸਿੰਘ ਨੂੰ ਸ਼ਕਤੀਸ਼ਾਲੀ ਅੰਗਰੇਜ਼ਾਂ ਵਿਰੁੱਧ ਲੜਨ ਦੀ ਥਾਂ ਮੈਦਾਨ ਵਿੱਚੋਂ ਜਾਨ ਬਚਾ ਕੇ ਭੱਜ ਖਲੋਣ ਦੀ ਸਲਾਹ ਦਿੱਤੀ। ਸਰਦਾਰ ਸ਼ਾਮ ਸਿੰਘ ਨੇ ਗਦਾਰ ਤੇਜਾ ਸਿੰਘ ਦੇ ਇਸ ਕੋਝੇ ਸੁਝਾਅ ਨੂੰ ਠੁਕਰਾ ਦਿੱਤਾ। ਤੇਜਾ ਸਿੰਘ ਨੇ ਅੱਗੇ ਕਿਹਾ, ਜੇ ਤੂੰ ਇੰਨਾ ਹੀ ਬਹਾਦਰ ਹੈ ਤਾਂ ਸਹੁੰ ਚੁੱਕ ਰਣ ਭੂਮੀ ਚੋਂ ਨੱਸ ਕੇ ਨਹੀਂ ਜਾਵੇਂਗਾ। ਸਰਦਾਰ ਸ਼ਾਮ ਸਿੰਘ ਨੇ ਤੰਬੂ ਵਿੱਚ ਫੌਜੀ ਮੁਖੀਆਂ ਦੇ ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅਰਦਾਸਾ ਕੀਤਾ ਅਤੇ ਪ੍ਰਣ ਕੀਤਾ ਕਿ ਜੇ ਸਿੱਖ ਫੌਜ ਦੀ ਹਾਰ ਹੋਈ ਤਾਂ ਸਰਦਾਰ ਸ਼ਾਮ ਸਿੰਘ ਅਟਾਰੀ ਜਿਉਂਦਾ ਵਾਪਸ ਘਰ ਨਹੀਂ ਜਾਵੇਗਾ ਤੇ ਜੂਝ ਕੇ ਆਪਣੀ ਜਿਹੜੀ ਹੈ ਸ਼ਹਾਦਤ ਪ੍ਰਾਪਤ ਕਰੇਗਾ। ਲੜਾਈ 10 ਫਰਵਰੀ ਦਾ ਦਿਨ ਨਿਸ਼ਚਿਤ ਹੋ ਚੁੱਕਾ ਸੀ। ਜਿਉਂ ਹੀ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੀਤੀ ਪ੍ਰਤਿਗਿਆ ਦੀ ਖਬਰ ਸਿੱਖ ਫੌਜੀਆਂ ਤੱਕ ਪਹੁੰਚੀ ਤਾਂ ਸਾਰਾ ਆਕਾਸ਼ ਫਰੰਗੀਆਂ ਨੂੰ ਮਾਰ ਭਜਾਓ ਦੇ ਨਾਰਿਆਂ ਨਾਲ ਗੂੰਜ ਉੱਠਿਆ। ਸਿੱਖ ਫੌਜੀਆਂ ਵਿੱਚ ਨਵਾਂ ਉਤਸ਼ਾਹ ਤੇ ਜੋਸ਼ ਭਰ ਗਿਆ। ਇੱਕ ਪਾਸੇ ਸ਼ਾਮ ਸਿੰਘ ਸ਼ਹੀਦੀ ਪਾਉਣ ਦੀ ਤਿਆਰੀ ਕਰ ਰਿਹਾ ਹੈ ਤੇ ਦੂਜੇ ਪਾਸੇ ਤੇਜਾ ਸਿੰਘ ਸਿੱਖ ਫੌਜ ਦੀ ਹਾਰ ਦੇ ਬੰਨ ਨੂੰ ਬੰਨ ਰਿਹਾ ਸੀ ਅਤੇ ਗਦਾਰ ਲਾਲ ਸਿੰਘ ਸਿੱਖ ਫੌਜਾਂ ਦੇ ਦੁਸ਼ਮਣ ਅੰਗਰੇਜ਼ਾਂ ਨੂੰ ਸਿੱਖ ਫੌਜ ਦੇ ਮੋਰਚਿਆਂ ਆਦਿ ਦੇ ਨਕਸ਼ੇ ਬਣਾ ਕੇ ਭੇਜ ਰਿਹਾ ਸੀ। 10 ਫਰਵਰੀ ਦਾ ਦਿਨ ਵੀ ਤੇਜਾ ਸਿੰਘ, ਲਾਲ ਸਿੰਘ ਨੇ ਅੰਗਰੇਜ਼ਾਂ ਦੀ ਸਹੂਲੀਅਤ ਨੂੰ ਮੁੱਖ ਰੱਖ ਕੇ ਨਿਸ਼ਚਿਤ ਕਰਵਾਇਆ ਸੀ, ਕਿਉਂਕਿ ਅੰਗਰੇਜ਼ਾਂ ਨੂੰ 9 ਫਰਵਰੀ ਤੱਕ ਹੋਰ ਫੌਜੀ ਮਦਦ ਆ ਜਾਣੀ ਸੀ। ਸਰ ਸ਼ਾਮ ਸਿੰਘ 10 ਫਰਵਰੀ ਨੂੰ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕੀਤਾ, ਬਾਣੀ ਉਚਾਰਨ ਕਰਦੇ ਹੋਏ ਅਕਾਲ ਪੁਰਖ ਦਾ ਓਟ ਆਸਰਾ ਚਿਤਵਦੇ ਹੋਏ ਸਿੱਖ ਫੌਜੀਆਂ ਵੀ ਜਾ ਖਲੋਤੇ। ਸਿੱਖ ਫੌਜੀਆਂ ਨੂੰ ਉਹਨਾਂ ਦੀਆਂ ਸਿੱਖ ਰਾਜ ਲਈ ਪ੍ਰਾਪਤ ਕੀਤੀਆਂ ਜਿੱਤਾਂ ਦੀ ਯਾਦ ਦਵਾਈ ਤੇ ਪ੍ਰੇਰਣਾ ਦਿੱਤੀ ਕਿ ਕੋਈ ਵੀ ਸਿੰਘ ਰਣ ਭੂਮੀ ਦਾ ਪਿੱਠ ਵਕਾ ਕੇ ਨਾ ਭੱਜੇ, ਸਗੋਂ ਦੁਸ਼ਮਣ ਦੇ ਸਨਮੁਖ ਹੋ ਕੇ ਬਹਾਦਰਾਂ ਵਾਂਗ ਆਪਣੇ ਦੇਸ਼ ਪੰਜਾਬ ਦੀ ਆਜ਼ਾਦੀ ਲਈ ਲੜਦਾ ਹੋਇਆ ਜਿੱਤ ਪ੍ਰਾਪਤ ਕਰੇ ਜਾਂ ਸ਼ਹੀਦੀ ਪ੍ਰਾਪਤ ਕਰੇ। ਸਰ ਸ਼ਾਮ ਸਿੰਘ ਅਟਾਰੀ ਫੌਜੀਆਂ ਨੂੰ ਸੰਬੋਧਨ ਕਰਨ ਮਗਰੋਂ ਆਪਣੇ ਤੰਬੂ ਵੱਲ ਪਰਤੇ। ਅੱਜ ਸਰ ਸ਼ਾਮ ਸਿੰਘ ਦੁੱਧ ਚਿੱਟਾ ਬਾਣਾ ਪਾਈ ਚੀਨੀ ਘੋੜੀ ਤੇ ਸਵਾਰ ਸਨ। ਇਹ ਜਾਪਦਾ ਸੀ ਕਿ ਇਹ ਜਨਰਲ ਮੌਤ ਰਾਣੀ ਨੂੰ ਵਿਆਹੁਣ ਲਈ ਰਣ ਤੱਤੇ ਨੂੰ ਜਾ ਰਿਹਾ ਹੈ। ਸੂਰਜ ਦੀ ਕਿਰਨ ਦੀ ਧੁੰਦ ਨੂੰ ਫਾੜਨ ਦੀ ਢਿੱਲ ਸੀ ਕਿ ਅੰਗਰੇਜ਼ੀ ਤੋਪਾਂ ਚੋਂ ਪਹਿਲਾ ਗੋਲਾ ਸਿੱਖ ਫੌਜ ਵੱਲ ਨੂੰ ਦਾਗਿਆ ਗਿਆ। ਫਿਰ ਕੀ ਸੀ, ਸਿੰਘਾਂ ਨੇ ਧੌਂਸਿਆਂ ਤੇ ਚੋਟਾਂ ਲਾਈਆਂ ਤੇ ਤੋਪਾਂ ਦੇ ਮੂੰਹ ਖੋਲ ਦਿੱਤੇ ਅਤੇ ਗੋਲਿਆਂ ਦਾ ਜਵਾਬ ਗੋਲਿਆਂ ਨਾਲ ਦੇਣ ਲੱਗੇ। ਅੰਗਰੇਜ਼ਾਂ ਵੱਲੋਂ ਲਾਲ ਸਿੰਘ ਦੇ ਦੱਸੇ ਮੁਜਬ ਸਿੰਘਾਂ ਦੀ ਕਮਜ਼ੋਰ ਬਾਹੀ ਤੇ ਸਰ ਰਾਬਰਟ ਡਿਕ ਨੇ ਸਿੰਘਾਂ ਦੇ ਧੁਰ ਸੱਜੇ ਮੋਰਚੇ ਤੇ ਹਮਲਾ ਕੀਤਾ ਤੇ ਬਿਨਾਂ ਬਹੁਤੇ ਵਿਰੋਧ ਦੇ ਕਾਫੀ ਅੱਗੇ ਧੱਸ ਗਿਆ। ਆਪਣੇ ਇਸ ਕਮਜ਼ੋਰ ਮੋਰਚੇ ਵੱਲ ਵੀ ਸਿੰਘਾਂ ਨੇ ਅਚਾਨਕ ਹੱਲਾ ਬੋਲ ਕੇ ਡਿਕ ਦੇ ਰਸਤੇ ਨੂੰ ਪਿੱਛੇ ਧੱਕ ਦਿੱਤਾ, ਡਿਕ ਦੇ ਦਸਤੇ ਨੂੰ ਪਿੱਛੇ ਧੱਕ ਦਿੱਤਾ ਤੇ ਡਿਕ ਨੂੰ ਵੀ ਜ਼ਖਮੀ ਕਰ ਦਿੱਤਾ। ਇਹ ਵੇਖ ਕੇ ਲਾਰਡ ਹਾਰਡਿੰਗ ਗਵਰਨਰ ਜਨਰਲ ਚੀਕਿਆ ਤੇ ਖਿੰਡੇ ਜਾਂਦੀ ਫੌਜੀਆਂ ਨੂੰ ਇਕੱਠਿਆ ਕਰਨ ਦਾ ਹੁਕਮ ਦੇਣ ਲੱਗਾ। ਉਹਦੇ ਅਸਿਸਟੈਂਟ ਨੇ ਅੱਗੇ ਵੱਧ ਕੇ ਝੰਡਾ ਆਪਣੇ ਹੱਥ ਫੜਿਆ ਤੇ ਫੌਜੀਆਂ ਦੀ ਅਗਵਾਈ ਕਰਨ ਲੱਗਾ। ਉਧਰੋਂ ਗਿਲਬਰਟ ਵੀ ਇਹਨਾਂ ਦੀ ਮਦਦ ਤੇ ਪੁੱਜ ਗਿਆ ਤੇ ਇਹਨਾਂ ਦੇ ਫੌਜੀ ਡਿਵੀਜ਼ਨਾਂ ਨੇ ਮੁੜ ਇਕੱਠਿਆਂ ਹੋ ਸਿੰਘਾਂ ਨਾਲ ਜਾ ਮੱਥਾ ਡਾਇਆ। ਉਧਰ ਸਰਦਾਰ ਸ਼ਾਮ ਸਿੰਘ ਜੀ ਅਟਾਰੀ ਸਿੱਖ ਫੌਜੀਆਂ ਨੂੰ ਹੱਲਾਸ਼ੇਰੀ ਦੇਣ ਲਈ ਘੋੜੀ ਨੂੰ ਭਜਾ ਕੇ ਹਰ ਥਾਂ ਤੇ ਪੁੱਜ ਰਿਹਾ ਸੀ ਤੇ ਸਿੱਖ ਫੌਜੀ ਜਾਨਾਂ ਤੋੜ ਕੇ ਲੜ ਰਹੇ ਸਨ। ਬੇਨਤੀ ਕਰਾਂਗਾ ਕਿ ਜਿਹੜੀ ਫੋਟੋ ਲੜਾਈ ਦੀਆਂ ਹਨ ਉਹ ਜੇ ਸਕਰੀਨ ਤੇ ਸ਼ੇਅਰ ਕਰ ਸਕੋ।
ਉਹਦਾ ਸਾਥ ਸ਼ਾਮ ਸਿੰਘ ਅਟਾਰੀ ਵੀ ਜਿਹੜੇ ਹਨ ਉਹ ਇਸ ਵਿੱਚ ਲੱਗੇ ਹੋਏ ਸਨ। ਸਰ ਗਿਲਬਰਟ ਅੰਗਰੇਜ਼ਾਂ ਵੱਲੋਂ ਸਿੰਘਾਂ ਦੇ ਵਿਚਲੇ ਮੋਰਚਿਆਂ ਵੱਲ ਵਧਿਆ, ਪਰ ਭਾਰੀ ਨੁਕਸਾਨ ਕਰਾ ਕੇ ਪਿੱਛੇ ਹਟ ਗਿਆ। ਸਿੰਘਾਂ ਦੇ ਮੋਰਚੇ ਉਹਨਾਂ ਲੋਹੇ ਦੀ ਦੀਵਾਰ ਵਾਂਗੂ ਪ੍ਰਤੀਤ ਹੋਏ। ਸਰ ਹੈਰੀ ਸਮਿਥ ਆਪਣੇ ਡਿਵੀਜ਼ਨਾਂ ਸਮੇਤ ਸਿੰਘਾਂ ਦੇ ਖੱਬੇ ਪਾਸੇ ਦੇ ਮੋਰਚਿਆਂ ਵੱਲ ਵਧਿਆ, ਪਰ ਸਿੰਘਾਂ ਨੇ ਉਹਨੂੰ ਕਰਾਰੇ ਹੱਥ ਵਿਖਾ ਕੇ ਵਾਪਸ ਪਰਤਣ ਤੇ ਮਜਬੂਰ ਕਰ ਦਿੱਤਾ। ਸ਼ਾਹ ਮੁਹੰਮਦ ਇਸ ਵੇਲੇ ਲੜਾਈਆਂ ਨੂੰ ਆਪਣੇ ਸ਼ਬਦਾਂ ਵਿੱਚ ਇਉਂ ਬਿਆਨ ਕਰਦਾ ਹੈ। ਆਓ ਸੁਣੀਏ, ਬੜੇ ਹੀ ਜੋਸ਼ ਵਾਲੇ ਜਿਹੜੇ ਹਨ ਉਹ ਉਹਨਾਂ ਦੀ ਕਵਿਤਾ ਦੇ ਬੋਲ ਹਨ। ਮੈਂ ਆਪਣੇ ਨਾਲ ਸਾਂਝਾ ਕਰਦਾ ਹਾਂ। ਆਈਆਂ ਪੜਤਲਾਂ ਬੀੜ ਕੇ ਤੋਪਖਾਨੇ, ਅੱਗੋਂ ਸਿੰਘਾਂ ਨੇ ਪਾਸੜੇ ਮੋੜ ਦਿੱਤੇ, ਸੇਵਾ ਸਿੰਘ ਤੇ ਮਾਖੋ ਖਾਂ ਹੋਏ ਸਿੱਧੇ, ਹਾਲੇ ਤਿੰਨਾਂ ਫਰੰਗੀਆਂ ਦੇ ਤੋੜ ਦਿੱਤੇ, ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ, ਬੰਨ ਸ਼ਸਤਰੀ ਜੋੜ ਵਿਛੋੜ ਦਿੱਤੇ, ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਦਿੱਤੇ। ਜਿਉਂ-ਜਿਉਂ ਸਮਾਂ ਬੀਤਦਾ ਗਿਆ, ਸਭਰਾਉਂ ਦੀ ਇਹ ਜੰਗ ਜ਼ੋਰ ਪਕੜਦੀ ਗਈ। ਲੜਾਈ ਵਿੱਚ ਕਿਹਦਾ ਪਲੜਾ ਭਾਰੀ ਸੀ ਇਹ ਕਹਿਣਾ ਵੀ ਮੁਸ਼ਕਲ ਸੀ। ਤੋਪਾਂ ਦੇ ਗੋਲਿਆਂ ਕਾਰਨ ਸਾਰਾ ਵਾਤਾਵਰਣ ਧੂੰਆਂਧਾਰ ਸੀ। ਸੂਰਮਿਆਂ ਦੀਆਂ ਚਮਕਦੀਆਂ ਤਲਵਾਰਾਂ ਵਿੱਚ ਲਿਸ਼ਕਾਂ ਮਾਰਦੀਆਂ ਸਨ। ਅਚਨਚੇਤ ਅੰਗਰੇਜ਼ਾਂ ਦਾ ਤੋਪਖਾਨਾ ਅੱਗੇ ਵਧਿਆ ਤੇ 300 ਗਜ ਦੀ ਵਿੱਥ ਤੇ ਸਿੱਖ ਫੌਜਾਂ ਤੇ ਅੱਗ ਵਰਾਉਣ ਲੱਗਾ। ਤੋਪਾਂ ਦੀ ਛਾਵੇਂ ਅੰਗਰੇਜ਼ ਪੈਦਲ ਫੌਜੀਆਂ ਨੇ ਸੰਗੀਨਾਂ ਦੀ ਮਦਦ ਨਾਲ ਸਿੱਖਾਂ ਦੇ ਮੋਰਚਿਆਂ ਤੇ ਹੱਲਾ ਬੋਲ ਦਿੱਤਾ। ਸਿੱਖ ਫੌਜੀਆਂ ਨੇ ਵੀ ਅੱਗੇ ਪੂਰਾ ਤਾਣ ਲਾ ਕੇ ਇਸ ਹੱਲੇ ਨੂੰ ਰੋਕਣ ਦਾ ਯਤਨ ਕੀਤਾ, ਪਰ ਅੰਗਰੇਜ਼ ਫੌਜੀਆਂ ਨੇ ਸਿੱਖਾਂ ਦੇ ਮੋਰਚਿਆਂ ਤੇ ਕਬਜ਼ਾ ਕਰ ਲਿਆ। ਅੰਗਰੇਜ਼ ਇਸ ਅਚਾਨਕ ਹੱਲੇ ਨੇ ਲੜਾਈ ਦਾ ਰੁਖ ਸਿੰਘਾਂ ਵਿਰੁੱਧ ਕਰ ਦਿੱਤਾ। ਉਧਰ ਗਦਾਰ ਤੇਜਾ ਸਿੰਘ, ਜੋ ਅਜਿਹੇ ਵੇਲੇ ਦੀ ਹੀ ਉਡੀਕ ਕਰ ਰਿਹਾ ਸੀ, ਸਿੰਘ ਫੌਜੀਆਂ ਨੂੰ ਹੋਰ ਮਦਦ ਤੇ ਬਾਰੂਦ ਸਿੱਕਾ ਪਹੁੰਚਾਉਣ ਦੀ ਥਾਂ ਆਪਣੇ ਗਦਾਰ ਸਾਥੀਆਂ ਫੌਜੀਆਂ ਸਮੇਤ ਮੈਦਾਨੇ ਜੰਗ ਚੋਂ ਭੱਜ ਖਲੋਤਾ ਤੇ ਬੇੜੀਆਂ ਦੇ ਪੁਲ ਉੱਤੋਂ ਵੀ ਸਤਲੁਜ ਪਾਰ ਕਰ ਗਿਆ। ਸਿੱਖ ਕੌਮ ਦੀ ਬੇੜੀ ਵਿੱਚ ਹੋਰ ਵੱਟੇ ਪਾਉਣ ਲਈ ਉਹਨੇ ਦਰਿਆ ਪਾਰ ਕਰਕੇ ਬੇੜੀਆਂ ਦਾ ਪੁਲ ਤੁੜਵਾ ਦਿੱਤਾ, ਤਾਂ ਜੋ ਆਪਣੇ ਦੇਸ਼ ਪੰਜਾਬ ਦੀ ਆਜ਼ਾਦੀ ਲਈ ਲੜ ਰਹੇ ਸਿੱਖ ਫੌਜੀ ਵਿਪਤਾ ਸਮੇਂ ਪਿੱਛੇ ਹਟ ਕੇ ਸਤਲੁਜ ਵੀ ਪਾਰ ਨਾ ਕਰ ਸਕਣ। ਉਧਰ ਗਿਲਬਰਟ ਦੇ ਡਿਵੀਜ਼ਨ ਨੇ ਸਿੰਘਾਂ ਦੇ ਕੇਂਦਰੀ ਮਜ਼ਬੂਤ ਮੋਰਚਿਆਂ ਤੇ ਤੀਜਾ ਹਮਲਾ ਕੀਤਾ ਤੇ ਇੱਕ ਦੂਜੇ ਦੇ ਮੋਢਿਆਂ ਤੇ ਚੜ ਕੇ ਸਿੱਖਾਂ ਦੀਆਂ ਤੋਪਾਂ ਤੇ ਜਾ ਕਬਜ਼ਾ ਕੀਤਾ। ਅੰਗਰੇਜ਼ ਫੌਜੀਆਂ ਦੀ ਇਸ ਸਫਲਤਾ ਦੀ ਖਬਰ ਉਹਨਾਂ ਸਿੱਖਾਂ ਦੀਆਂ ਤੋਪਾਂ ਤੇ ਕਬਜ਼ਾ ਕਰ ਲਿਆ ਸਿੱਖ ਫੌਜੀਆਂ ਵਿੱਚ ਝਟਪਟ ਫੈਲ ਗਈ। ਹੁਣ ਸਰ ਸ਼ਾਮ ਸਿੰਘ ਅਟਾਰੀ ਨੂੰ ਸਿੱਖ ਫੌਜਾਂ ਦੀ ਹਾਰ ਸਾਹਮਣੇ ਦਿਸਣ ਲੱਗੀ। ਉਹਨੇ ਆਪਣੀ ਘੋੜੀ ਨੂੰ ਅੱਡੀ ਲਾਈ ਅਤੇ ਤਲਵਾਰ ਘੁਮਾਉਂਦੇ ਹੋਏ 5ਵੀਂ ਪਿਆਦਾ ਫੌਜ ਅੰਗਰੇਜ਼ ਫੌਜ ਵੀ ਜਾ ਵੜੇ ਤੇ ਲੱਗੇ ਡਕਰੇ ਕਰਨ ਦੁਸ਼ਮਣਾਂ ਦੇ ਤੇ ਨਾਲ ਵੰਗਾਰਦੇ ਰਹੇ ਆਪਣੇ ਸਿੱਖ ਸਾਥੀਆਂ ਨੂੰ ਮਾਰ ਮਿਟਣ ਲਈ। ਅਗਲੇ ਪਾਸਿਓਂ ਸਰ ਸ਼ਾਮ ਸਿੰਘ ਉੱਤੇ ਗੋਲੀਆਂ ਦੀ ਵਿਛਾੜ ਹੋਣ ਲੱਗੀ। 7 ਗੋਲੀਆਂ ਛਾਤੀ ਵਿੱਚ ਖਾ ਕੇ ਸਭਰਾਵਾਂ ਦੀ ਜੰਗ ਦਾ ਸਿੱਖ ਜਰਨੈਲ ਸਰ ਸ਼ਾਮ ਸਿੰਘ ਅਟਾਰੀ ਘੋੜੀਓਂ ਥੱਲੇ ਧੜਮ ਡਿੱਗਾ ਤੇ ਆਪਣੀ ਪ੍ਰਤਿੱਗਿਆ ਕਰਦਾ ਹੋਇਆ ਦੇਸ਼ ਪੰਜਾਬ ਦੀ ਆਜ਼ਾਦੀ ਲਈ ਸ਼ਹੀਦੀ ਪਾ ਗਿਆ। ਸਿੱਖ ਫੌਜੀ ਆਪਣੀ ਤਲਵਾਰਾਂ ਦੇ ਜ਼ੋਰ ਵਿਖਾਉਂਦੇ ਰਹੇ ਤੇ ਸ਼ਹੀਦ ਹੋ ਕੇ ਧਰਤੀ ਤੇ ਡਿੱਗਦੇ ਰਹੇ। ਇਉਂ ਮੁੱਕੀ ਸਭਰਾਵਾਂ ਦੀ ਲੜਾਈ, ਜਿਸ ਵਿੱਚ ਜਿੱਤ ਅੰਗਰੇਜ਼ਾਂ ਦੀ ਹੋਈ, ਜਿਸ ਕਾਰਨ ਪੰਜਾਬ ਦੇ ਗਲ ਗੁਲਾਮੀ ਦੇ ਸੰਗਲ ਪੈ ਗਏ। ਜਦੋਂ ਸਰ ਸ਼ਾਮ ਸਿੰਘ ਅਟਾਰੀ ਦੀ ਦੇਹ ਦੀ ਭਾਲ ਕੀਤੀ ਗਈ ਤਾਂ ਉਸ ਥਾਂ ਮਿਲੀ ਜਿੱਥੇ ਅੰਗਰੇਜ਼ਾਂ ਦਾ ਮੋਰਚਾ ਸੀ। ਸਰਦਾਰ ਦੀ ਦੇਹ ਥੱਲੇ ਅੰਗਰੇਜ਼ਾਂ ਫੌਜੀਆਂ ਦੀਆਂ ਲਾਸ਼ਾਂ ਦਾ ਢੇਰ ਸੀ। ਸਰ ਸ਼ਾਮ ਸਿੰਘ ਦੀ ਦੇਹ ਨੂੰ ਸਿੱਖ ਫੌਜੀਆਂ ਵਿੱਚ ਇੱਕ ਲੱਕੜੀਆਂ ਦੇ ਤੁਲੇ ਦੁਆਰਾ ਤੈਰ ਕੇ ਸਤਲੁਜ ਪਾਰ ਕੀਤਾ ਤੇ ਮਗਰੋਂ ਸਤਕਾਰ ਸਹਿਤ ਉਹਨਾਂ ਦੇ ਪਿੰਡ ਅਟਾਰੀ ਪਹੁੰਚਾਇਆ ਗਿਆ। ਜਦੋਂ ਸਰ ਸ਼ਾਮ ਸਿੰਘ ਦੀ ਦੇਹ ਨੂੰ ਲੰਬੂ ਲਾਇਆ ਗਿਆ ਤਾਂ ਅੱਗ ਦੀਆਂ ਲਪਟਾਂ ਅਸਮਾਨ ਵੱਲ ਨੂੰ ਉੱਠੀਆਂ ਤਾਂ ਵੇਖਣ ਵਾਲਿਆਂ ਇਉਂ ਮਹਿਸੂਸ ਕੀਤਾ ਜਿਵੇਂ ਸਰ ਸ਼ਾਮ ਸਿੰਘ ਦੀ ਦੇਹ ਨੂੰ ਨਹੀਂ, ਸਗੋਂ ਦੇਸ਼ ਪੰਜਾਬ ਦੀ ਆਜ਼ਾਦੀ ਨੂੰ ਲੰਬੂ ਲੱਗਾ ਹੋਵੇ। ਸਰ ਸ਼ਾਮ ਸਿੰਘ ਦੀ ਸੂਰਬੀਰਤਾ ਅਤੇ ਲਾਸਾਨੀ ਸ਼ਹੀਦੀ ਦਾ ਸਿੱਖ ਫੌਜੀਆਂ ਅਤੇ ਆਮ ਸਿੱਖਾਂ ਤੇ ਇੰਨਾ ਪ੍ਰਭਾਵ ਪਿਆ ਕਿ ਉਹਨਾਂ ਸਭਰਾਵਾਂ ਦੀ ਹਾਰ ਦਾ ਬਦਲਾ ਲੈਣ ਦਾ ਮਨ ਬਣਾ ਲਿਆ ਤੇ ਅੰਗਰੇਜ਼ ਵਿਦੇਸ਼ੀਆਂ ਨੂੰ ਨਫ਼ਰਤ ਦੀ ਨਿਗਾਹ ਨਾਲ ਵੇਖਦੇ ਰਹੇ ਜਦ ਤੱਕ ਮੁੜ ਚੇਲੀਆਂ ਵਾਲਿਆਂ ਦਾ ਗੁਜਰਾਤ ਦੀਆਂ ਲੜਾਈਆਂ ਵਿੱਚ ਇਹਨਾਂ ਫਰੰਗੀਆਂ ਵਿਰੁੱਧ ਪੂਰਾ ਗੁੱਸਾ ਕੱਢ ਨਹੀਂ ਲਿਆ। ਸਭਰਾਵਾਂ ਵਿਖੇ ਸਰ ਸ਼ਾਮ ਸਿੰਘ ਦੀ ਸਰਦਾਰੀ ਹੇਠ
ਸਿੱਖਾਂ ਵੱਲੋਂ ਲੜੀ ਅੰਗਰੇਜ਼ਾਂ ਵਿਰੁੱਧ ਲੜਾਈ ਬਾਰੇ ਕਨਿੰਗਮ ਲਿਖਦਾ ਹੈ, ਕਿਸੇ ਇੱਕ ਵੀ ਸਿੱਖ ਨੇ ਇਹ ਨਾ ਮੰਨੀ। ਗੁਰੂ ਗੋਬਿੰਦ ਸਿੰਘ ਦੇ ਕਿਸੇ ਵੀ ਅਨੁਯਾਈ ਨੇ ਰਹਿਮ ਦੀ ਦਰਖਾਸਤ ਨਾ ਕੀਤੀ। ਹਰੇਕ ਥਾਂ ਉਹ ਜੇਤੂਆਂ ਸਾਹਮਣੇ ਛਾਤੀਆਂ ਤਾਣ ਕੇ ਖਲੋਤੇ ਰਹੇ। ਉਹਨਾਂ ਵਿੱਚੋਂ ਬਹੁਤੇ ਤਾਂ ਇਕੱਲੇ ਦੁਸ਼ਮਣ ਦੀਆਂ ਧਾੜਾਂ ਵਿੱਚ ਵੜ ਕੇ ਟਾਕਰਾ ਕਰਦੇ ਹੋਏ ਮੌਤ ਨੂੰ ਜੱਫੀਆਂ ਪਾ ਗਏ ਅਤੇ ਆਕੜ ਕੇ ਤੁਰਦੇ ਹੋਏ ਰਣ ਭੂਮੀ ਵਿੱਚੋਂ ਬਾਹਰ ਗਏ। ਮਿਸਟਰ ਮੈਲਸਨ ਲਿਖਦਾ ਹੈ ਕਿ ਜੇ ਸਿੱਖ ਇੱਥੇ ਜਿੱਤ ਜਾਂਦੇ ਤਾਂ ਭਾਰਤ ਅੰਗਰੇਜ਼ਾਂ ਹੱਥੋਂ ਨਿਕਲ ਜਾਣਾ ਸੀ। ਇਹ ਇੱਕ ਬਹੁਤ ਵੱਡੀ ਸਚਾਈ ਹੈ, ਕਿਉਂਕਿ ਪੰਜਾਬ ਹੀ ਸੀ ਜਿਹੜਾ ਸਭ ਤੋਂ ਬਾਅਦ ਵਿੱਚ ਅੰਗਰੇਜ਼ਾਂ ਦੇ ਜਿਹੜੇ ਕਬਜ਼ੇ ਵਿੱਚ ਆਇਆ ਹੈ, ਔਰ 1947 ਤੱਕ ਜਿੱਥੇ ਬਾਕੀ ਭਾਰਤ ਕਈ ਸਾਲਾਂ ਬੱਧੀ ਉਹਨਾਂ ਦੇ ਕਬਜ਼ੇ ਵਿੱਚ ਰਿਹਾ ਹੈ, ਲੇਕਿਨ ਇਹ 47 ਦੇ ਵਿੱਚ ਜਿਹੜਾ ਹੈ ਉਹ ਪੂਰੇ 100 ਸਾਲ ਵੀ ਅੰਗਰੇਜ਼ਾਂ ਦੇ ਕਾਬੂ ਵਿੱਚ ਨਹੀਂ ਰਿਹਾ। ਜੇ ਦੇਸ਼ ਭਗਤੀ ਦੀ ਕਸਵੱਟੀ ਜਾਣਬੁੱਝ ਕੇ ਖੁਸ਼ੀ-ਖੁਸ਼ੀ ਆਪਣੇ ਦੇਸ਼ ਲਈ ਜਾਨਾਂ ਵਾਰਨਾ ਹੈ ਤਾਂ ਸਰਦਾਰ ਸ਼ਾਮ ਸਿੰਘ ਅਟਾਰੀਵਾਲੇ ਨੂੰ ਇੱਕ ਮਹਾਨ ਦੇਸ਼ ਭਗਤ ਆਖਣਾ ਬਣਦਾ ਹੈ। ਉਹਨਾਂ ਵਿਦੇਸ਼ੀ ਗੁਲਾਮਾਂ ਦੀ ਥਾਂ ਮੌਤ ਨੂੰ ਚੰਗਾ ਜਾਣਿਆ। ਉਹ ਜਾਤੀ ਦੇ ਦੁਨਿਆਵੀ ਸੁੱਖਾਂ ਨੂੰ ਦੇਸ਼ ਦੀ ਆਜ਼ਾਦੀ ਬਦਲੇ ਵਾਰ ਸੁੱਟਿਆ। ਆਓ ਸਰਦਾਰ ਸ਼ਾਮ ਸਿੰਘ ਦੀ ਸ਼ਖਸੀਅਤ ਦੇ ਬਾਰੇ ਇੱਕ ਝਾਤ ਮਾਰਦੇ ਹਾਂ। ਸਰਦਾਰ ਸ਼ਾਮ ਸਿੰਘ ਅਟਾਰੀਵਾਲੇ ਵੀਰਤਾ, ਕੁਰਬਾਨੀ, ਚੜ੍ਹਦੀ ਕਲਾ, ਯੁੱਧ ਨੀਤੀ ਤੇ ਸਿਆਸੀ ਸੂਝ-ਬੂਝ ਦੇ ਆਪ ਵਿੱਚ ਗੁਣ ਭਰੇ ਹੋਏ ਸਨ। ਆਪਣੇ ਸਮੇਂ ਦੇ ਹੋਰ ਕਈ ਸਿੱਖ ਜਰਨੈਲਾਂ ਤੇ ਯੋਧਿਆਂ ਦੀ ਤਰ੍ਹਾਂ ਉਹ ਆਪਣੇ ਆਪ ਨੂੰ ਗੁਰੂ ਦਾ ਇੱਕ ਤੁੱਛ ਸੇਵਕ ਸਮਝਦੇ ਸੀ। ਸਿੱਖੀ ਦੀ ਆਨ ਬਾਨ ਤੇ ਸ਼ਾਨ ਨੂੰ ਕਾਇਮ ਰੱਖਣ ਲਈ ਤਾਂ ਉਹ ਬਿਰਧ ਅਵਸਥਾ ਵਿੱਚ ਵੀ ਰਣ ਭੂਮੀ ਵਿੱਚ ਜਾ ਕੁਦੇ ਤੇ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਦਿੱਤੀ। ਇਤਿਹਾਸਕਾਰਾਂ ਨੇ ਉਸ ਦੀ ਬਹੁ ਪੱਖੀ ਸ਼ਖਸੀਅਤ ਬਾਰੇ ਬੜੇ ਭਾਵਪੂਰਨ ਵਿਚਾਰ ਪ੍ਰਗਟ ਕੀਤੇ ਹਨ। ਮੁਹੰਮਦ ਲਤੀਫ ਜੀ ਲਿਖਦੇ ਹਨ ਕਿ ਸਰਦਾਰ ਨੇ ਆਪਣੇ ਆਪ ਨੂੰ ਗੁਰੂ ਦੀ ਭੇਟ ਕਰ ਦਿੱਤਾ। ਸਰ ਲੈਪਲ ਗ੍ਰਿਫਨ ਨੇ ਬਹੁਤ ਸੁੰਦਰ ਲਿਖਿਆ, ਸਰਦਾਰ ਸ਼ਾਮ ਸਿੰਘ ਸਭ ਤੋਂ ਵਧੀਆ ਪ੍ਰਤੀਨਿਧਾਂ ਵਿੱਚੋਂ ਇੱਕ ਸੀ, ਜਿਹੜੀ ਕਿ ਮਰਦਊਪੁਣੇ, ਇਮਾਨਦਾਰੀ, ਤਾਕਤ ਅਤੇ ਬਹਾਦਰੀ ਲਈ ਦੁਨੀਆ ਵਿੱਚ ਅਦੁੱਤੀ ਸੀ। ਉਸ ਦੀ ਮੌਤ ਦਾ ਵੱਡਾ ਘਾਟਾ ਇਹ ਸੀ ਕਿ ਉਸ ਦੀ ਥਾਂ ਸੰਭਾਲਣ ਵਾਲਾ ਕੋਈ ਨਹੀਂ ਸੀ। ਇਹ ਠੀਕ ਹੈ ਕਿ ਗੁਜਰਾਂਵਾਲੇ ਲਾਹੌਰ ਤੋਂ ਤੇ ਅੰਮ੍ਰਿਤਸਰ ਦੇ ਪਿੰਡਾਂ ਵਿੱਚ ਛੋਟੇ ਦਰਜੇ ਦੇ ਸਿੰਘਾਂ ਵਿੱਚ ਦੇਸ਼ ਭਲਾਈ ਲਈ ਸਾਦਗੀ, ਮਰਦਾਨਗੀ ਤੇ ਦਲੇਰੀ ਵਾਲੇ ਬਹੁਤ ਸਿੰਘ ਸਨ, ਪਰ ਲਾਹੌਰ ਦਰਬਾਰ ਦੇ ਸਾਜ਼ਿਸ਼ੀ ਦਰਬਾਰਾਂ ਵਿੱਚ ਇੱਕ ਵੀ ਅਜਿਹਾ ਨਹੀਂ ਸੀ। ਜੇਕਰ ਸਰਦਾਰ ਸ਼ਾਮ ਸਿੰਘ ਜੈਸੇ ਕੁਝ ਵੀ ਹੋਰ ਸਰਦਾਰ ਹੁੰਦੇ ਤਾਂ ਸਤਲੁਜ ਦੀ ਖੂਨੀ ਜੰਗ ਨਾ ਹੁੰਦੀ ਤੇ ਸਿੱਖ ਕੌਮ ਆਪਣੀ ਆਜ਼ਾਦੀ ਨਾ ਖੁਆਉਂਦੀ। ਤਾਂ ਸ਼ਾਮ ਸਿੰਘ ਜੀ ਜਿੱਤੇ ਵੱਡੇ ਸੂਰਬੀਰ ਤੇ ਦਲੇਰ ਸਨ, ਉਸ ਦੇ ਨਾਲ ਹੀ ਇਨਸਾਫ ਕਰਨ ਵਾਲੇ, ਪਰ ਉਪਕਾਰ, ਭਜਨੀਕ, ਰਹਿਮਦਿਲ, ਦਾਨੀ ਤੇ ਕੁਝ ਕੇ ਰਾਜਨੀਤੀ ਵਿੱਚ ਵੀ ਮਾਹਰ ਸਨ। ਆਪ ਨੂੰ ਇਸ ਗੱਲ ਦਾ ਭਲੀ ਪ੍ਰਕਾਰ ਪਤਾ ਸੀ ਕਿ ਲਾਹੌਰ ਦਰਬਾਰ ਵਿੱਚ ਸਾਜ਼ਿਸ਼ਾਂ ਦਾ ਜ਼ੋਰ ਸੀ ਤੇ ਗਦਾਰ ਆਦਮੀ ਸਿੱਖ ਰਾਜ ਨੂੰ ਤਬਾਹ ਕਰਨ ਦੇ ਮਨਸੂਬੇ ਬਣ ਰਹੇ ਸਨ। ਅੰਗਰੇਜ਼ਾਂ ਨਾਲ ਜੰਗ ਵੀ ਇਹਨਾਂ ਸ਼ਤਰੰਜੀ ਚਾਲਾਂ ਦਾ ਹੀ ਨਤੀਜਾ ਸੀ। ਇਸ ਕਰਕੇ ਸਰਦਾਰ ਸ਼ਾਮ ਸਿੰਘ ਸਾਰੀ ਗੱਲਬਾਤ ਨੂੰ ਤਾੜ ਕੇ ਮੁਦਕੀ ਤੇ ਫੇਰੂ ਸਾਹਿਬ ਸ਼ਹਿਰ ਦੀਆਂ ਲੜਾਈਆਂ ਵਿੱਚ ਸ਼ਾਮਲ ਨਹੀਂ ਹੋਏ ਸਨ। ਪਰ ਜਦੋਂ ਆਖਰੀ ਸਮੇਂ ਆਪ ਦੀ ਅਣਖ ਤੇ ਗੈਰਤ ਨੂੰ ਵੰਗਾਰਿਆ ਗਿਆ ਮਹਾਰਾਣੀ ਜਿੰਦਾ ਵੱਲੋਂ, ਤਦ ਆਪ ਨੇ ਸੂਰਮਿਆਂ ਵਾਂਗ ਆਪਣੇ ਆਪ ਨੂੰ ਪੰਥ, ਕੌਮ ਤੇ ਦੇਸ਼ ਦੀ ਖਾਤਰ ਕੁਰਬਾਨ ਕਰ ਦੇਣਾ ਹੀ ਠੀਕ ਸਮਝਿਆ। ਆਪ ਨੇ ਬਹੁਤ ਹਾਨ ਲਾਭ ਸੋਚਣ ਤੇ ਦਲੀਲਾਂ ਵਿੱਚ ਪੈਣ ਨੂੰ ਠੀਕ ਨਹੀਂ ਜਾਣਿਆ। ਇਸੇ ਕਰਤੱਵ ਦਾ ਨਾਮ ਸੂਰਮਗਤੀ ਹੈ। ਇਸ ਸੰਬੰਧੀ ਪ੍ਰਸਿੱਧ ਅਮਰੀਕਨ ਲਿਖਾਰੀ ਐਮਰਸਨ ਨੇ ਇਉਂ ਲਿਖਿਆ ਹੈ, ਔਰ ਮੈਂ ਕੋਟ ਕਰਦਾ ਹਾਂ, ਸੂਰਮਗਤੀ ਅਨੁਭਵ ਕਰਦੀ ਹੈ ਤੇ ਦਲੀਲਾਂ ਵਿੱਚ ਨਹੀਂ ਪੈਂਦੀ, ਇਸ ਲਈ ਇਹ ਸਦਾ ਠੀਕ ਹੈ। ਇਸੇ ਸੂਰਮਗਤੀ ਤੇ ਕੁਰਬਾਨੀ ਦੇ ਕਾਰਨ ਸਰਦਾਰ ਸ਼ਾਮ ਸਿੰਘ ਜੀ ਦਾ ਨਾਮ ਸਦਾ ਚਮਕਦਾ ਹੈ, ਕਿਉਂਕਿ ਉਹਨਾਂ ਨੇ ਆਪਣੇ ਗੁਰਸਿੱਖਾਂ ਵਾਂਗ ਕੀਤੇ ਪ੍ਰਣ ਅਨੁਸਾਰ ਮੁਲਕ, ਕੌਮ ਤੇ ਪੰਥ ਦੀ ਆਨ ਸ਼ਾਨ ਨੂੰ ਮੁੱਖ ਰੱਖ ਕੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। ਇਸ ਤਰ੍ਹਾਂ ਦੇ ਸੂਰਮਿਆਂ ਸੰਬੰਧੀ ਹੀ ਆਖਿਆ ਗਿਆ ਹੈ, ਸ਼ਾਹ ਮੁਹੰਮਦਾ ਸਿਰਾਂ ਦੀ ਲਾਬਾਜੀ ਨਹੀਂ ਮੋੜਦੇ ਸੂਰਮੇ ਅੰਗ ਮੀਆਂ, ਜਿਨ੍ਹਾਂ ਨੇ ਸਰਦਾਰ ਦੀ ਬਹਾਦਰੀ ਤੇ ਕਾਰਨਾਮਿਆਂ ਨੂੰ ਆਪਣੀ ਅੱਖੀਂ ਵੇਖਿਆ ਸੀ, ਉਹਨਾਂ ਵਿੱਚੋਂ ਆਪ ਦਾ ਜਿਹੜਾ ਹੈ ਇੱਕ ਅਲੱਗ ਹੀ ਮੁਕਾਮ ਸੀ। ਇਸ ਦੇ ਦਿਲ ਤੇ ਆਪ ਦੀ ਬਹਾਦਰੀ ਦਾ ਬਹੁਤ ਡੂੰਘਾ ਪ੍ਰਭਾਵ ਸੀ। ਇਹ ਸਾਇੰਸ ਗੁਜਰਦਾਨ ਦੇ ਰਹਿਣ ਵਾਲਾ ਸੀ।
ਬਹੁਤ ਵੱਡੀ ਉਮਰ ਤੱਕ ਜਿਉਂਦਾ ਰਿਹਾ। ਉਹ ਹਰ ਸਾਲ ਹੀ ਸਰਦਾਰ ਸ਼ਾਮ ਸਿੰਘ ਦੇ ਪੁੱਤਰਾਂ ਪੋਤਿਆਂ ਨੂੰ ਸਨੇਹ ਦਾ ਬੱਚਾ ਮਿਲਣ ਲਈ ਆਉਂਦਾ ਰਿਹਾ। ਉਹ ਸਰਦਾਰ ਹਰਬੰਸ ਸਿੰਘ ਤੇ ਆਪ ਦੇ ਦੂਜੇ ਭਰਾਵਾਂ ਨੂੰ ਗੋਦੀ ਵਿੱਚ ਲੈ ਕੇ ਰੋ ਰੋ ਕੇ ਸਰਦਾਰ ਸ਼ਾਮ ਸਿੰਘ ਦੇ ਬਹਾਦਰੀ ਦੇ ਕਾਰਨਾਮੇ ਸੁਣਾਇਆ ਕਰਦਾ ਸੀ ਤੇ ਅਖੀਰ ਤੱਕ ਤੋੜਾ ਤੋੜਦਿਆਂ ਕਰਦਾ ਸੀ ਕਿ ਬੱਚਾ ਤੁਸੀਂ ਵੀ ਆਪਣੇ ਵੱਡੇ ਬਾਬੇ ਸਰਦਾਰ ਸ਼ਾਮ ਸਿੰਘ ਜਿਹੇ ਬਹਾਦਰ ਤੇ ਅਣਖੀ ਹੋਣਾ। ਇਸ ਤੋਂ ਵਧੇਰੇ ਆਪ ਦੀ ਬਹਾਦਰੀ ਤੇ ਅਣਖ ਦੀ ਹੋਰ ਕਿਹੜੀ ਮੋਤਬਰ ਗਵਾਹੀ ਹੋ ਸਕਦੀ ਹੈ, ਜਿਸ ਦਾ ਇੱਕ ਬੰਦੇ ਦੇ ਦਿਲ ਤੇ ਅਜਿਹਾ ਡੂੰਘਾ ਅਸਰ ਤੇ ਪ੍ਰਭਾਵ ਹੈ ਕਿ ਜਿਸ ਨੂੰ ਹਰ ਸਾਲ ਆਪਣੇ ਆਪ ਹੀ ਕਈ ਵਾਰ ਦੁਹਰਾਉਂਦਾ ਤੱਕਦਾ ਨਹੀਂ। ਅੱਜ ਜਦੋਂ ਸਰਕਾਰੀ ਦਰਬਾਰੇ ਸਨਮਾਨ ਪ੍ਰਾਪਤ ਕਰਕੇ ਅਤੇ ਯੂਨੀਵਰਸਿਟੀਆਂ ਵਿੱਚ ਉੱਚ ਪਦਵੀਆਂ ਪ੍ਰਾਪਤ ਕਰਕੇ ਕਈ ਸਿੱਖ ਵਿਦਵਾਨ ਸਿੱਖੀ ਨੂੰ ਬ੍ਰਾਹਮਣਵਾਦ ਵਿੱਚ ਰਲਗੜ ਕਰ ਰਹੇ ਹਨ, ਸਿਆਸੀ ਲੋਕ ਵੋਟਾਂ ਦੀਆਂ ਖਾਤਰ ਸਿੱਖੀ ਦੇ ਨਿਆਰੇਪਨ ਨੂੰ ਖਤਮ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ, ਉਦੋਂ ਸਿੱਖ ਗੱਭਰੂਆਂ ਦਾ ਫਰਜ਼ ਬਣਦਾ ਹੈ ਕਿ ਉਹ ਸਰਦਾਰ ਸ਼ਾਮ ਸਿੰਘ ਜੀ ਵਰਗੇ ਆਪਣੇ ਮਹਾਨ ਸਿੱਖ ਬਜ਼ੁਰਗਾਂ ਦੇ ਪਥ ਚਿੰਨ੍ਹਾਂ ਦੇ ਚਲਦਿਆਂ ਹੋਇਆਂ ਸੁੱਖ ਆਰਾਮ ਨੂੰ ਤਿਆਗ ਕੇ ਸੰਸਾਰਕ ਵਸਤਾਂ, ਧਨ ਜਾਇਦਾਦ, ਕੋਠੀਆਂ ਕਾਰਾਂ ਵੱਲੋਂ ਮੂੰਹ ਮੋੜ ਕੇ ਕੁਰਬਾਨੀ ਦਾ ਰਸਤਾ ਅਪਣਾਉਣ ਤੇ ਜੁੜ ਜਾਣ ਅਤੇ ਆਪਣੇ ਪਿਆਰੇ ਪੰਥ ਦੀ ਸੇਵਾ ਵਿੱਚ ਸਤਿਗੁਰਾਂ ਦੇ ਉਪਦੇਸ਼ਾਂ ਨੂੰ ਸਮਝਣਾ, ਉਹਨਾਂ ਉਪਦੇਸ਼ਾਂ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ ਤੇ ਸਤਿਗੁਰਾਂ ਦਾ ਸੁਨੇਹਾ ਜਨ ਜਨ ਤੱਕ ਪਹੁੰਚਾਉਣ ਹੀ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਇਹੋ ਇੱਕ ਢੰਗ ਹੈ ਜਿਸ ਨਾਲ ਕੌਮ ਦੀ ਡੱਕੇ ਡੋਲੇ ਖਾਂਦੀ ਕਿਸ਼ਤੀ ਨੂੰ ਕਿਨਾਰੇ ਲਾਇਆ ਜਾ ਸਕਦਾ ਹੈ। ਸੋ ਸ਼ਾਮ ਸਿੰਘ ਜੀ ਦੀ ਜੋ ਜੀਵਨ ਦੀ ਯਾਤਰਾ, ਉਹਨਾਂ ਦੇ ਸੰਘਰਸ਼, ਉਹਨਾਂ ਦੀ ਪ੍ਰਾਪਤੀਆਂ ਬਾਰੇ ਮੈਂ ਆਪ ਜੀ ਦੇ ਨਾਲ ਜੋ ਤੁਛ ਮਾਤਰ ਸਾਂਝ ਕਰ ਸਕਿਆ ਹਾਂ, ਆਸ ਹੈ ਆਪ ਉਸ ਨੂੰ ਪ੍ਰਵਾਨ ਕਰੋਗੇ। ਸਾਡੇ ਵੱਲੋਂ ਸਿੱਖ ਮਿਸ਼ਨਰੀ ਕਾਲਜ ਵੱਲੋਂ ਜੋ ਉਹਨਾਂ ਨੂੰ ਸਰਦਾਰ ਸ਼ਾਮ ਸਿੰਘ ਜੀ ਦੀ ਵੀਰਤਾ ਹੈ, ਬਹਾਦਰੀ ਹੈ, ਕੁਰਬਾਨੀ ਹੈ, ਉਹਨਾਂ ਨੂੰ ਅਸੀਂ ਇਹੀ ਸਜਦਾ ਜਿਹੜੀ ਹੈ ਉਹ ਭੇਟ ਕਰਦੇ ਹਾਂ। ਵਿਚਾਰ ਕਰਦਿਆਂ ਹੋਈਆਂ ਅਨੇਕਾਂ ਭੁੱਲਾਂ ਮੇਰੀਆਂ ਹਨ, ਉਸ ਨੂੰ ਆਪ ਜੀ ਬਖਸ਼ ਲੈਣਾ। ਆਓ ਗੱਜ ਕੇ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। 10 ਫਰਵਰੀ ਬਹੁਤ ਬਹੁਤ ਧੰਨਵਾਦ। ਸਨ 1746 ਨੂੰ ਇਸ ਸਭਰਾਵਾਂ ਦੀ ਲੜਾਈ ਵਿੱਚ ਸ਼ਹੀਦੀ ਹੁੰਦੀ ਹੈ ਸਰਦਾਰ ਸ਼ਾਮ ਸਿੰਘ ਅਟਾਰੀ ਦੀ। ਇਹ ਲੜਾਈ ਦਾ ਜਿਹੜਾ ਅੰਗਰੇਜ਼ਾਂ ਦਾ ਕਮਾਂਡਰ ਸੀ ਉਸ ਵੇਲੇ, ਉਹ ਸੀ ਲਾਰਡ ਗਫ, ਕਮਾਂਡਰ ਇਨ ਚੀਫ ਸੀ। ਉਹਨੇ ਬਾਅਦ ਵਿੱਚ ਲਿਖਿਆ, ਬੜਾ ਕਮਾਲ ਦਾ ਹੈ, ਉਹ ਥੋੜਾ ਜਿਹਾ ਜ਼ਰੂਰ ਮੈਂ ਹੌਲੀ ਜਿਹੀ ਆਪ ਨਾਲ ਸਾਂਝਾ ਕਰਦਾ। ਕਹਿੰਦਾ ਵੀ ਇਸ ਲੜਾਈ ਦੇ ਵਿੱਚ ਤਕਰੀਬਨ 2083 ਅੰਗਰੇਜ਼ ਫੌਜੀ ਉਹਨਾਂ ਦਾ ਨੁਕਸਾਨ ਹੋਇਆ। ਤੇ ਕਹਿੰਦਾ ਇੰਨਾ ਨੁਕਸਾਨ ਤਾਂ 1815 ਦੇ ਵਿੱਚ ਜਦੋਂ ਯੂਰਪ ਦੀਆਂ ਲੜਾਈਆਂ ਹੋਈਆਂ ਨਪੋਲੀਅਨ ਦੇ ਖਿਲਾਫ, ਉੱਥੇ ਵੀ ਇੰਨਾ ਨੁਕਸਾਨ ਸਾਡਾ ਨਹੀਂ ਸੀ ਹੋਇਆ। ਪਰ ਜਦੋਂ ਉਹਨੇ ਸਿੱਖਾਂ ਦੀ ਗੱਲ ਕੀਤੀ, ਕਹਿੰਦਾ ਸਿੱਖ ਫੌਜ ਦੀ ਹਾਲਤ ਸਾਡੇ ਨਾਲੋਂ ਚੰਗੀ ਸੀ। ਉਹਨਾਂ ਕੋਲ 67 ਵੱਡੀਆਂ ਤੋਪਾਂ ਸਨ, ਭਾਰੀਆਂ ਤੋਪਾਂ ਅੰਗਰੇਜ਼ਾਂ ਦੇ ਸਿੱਖਾਂ ਦੇ ਕੋਲ ਸੀ, ਪਰ ਸਿੱਖਾਂ ਦਾ ਨੁਕਸਾਨ ਬਹੁਤ ਹੋਇਆ। 5 ਤੋਂ 10 ਹਜ਼ਾਰ ਦੇ ਵਿੱਚ ਉਹਨੇ ਲਿਖਿਆ ਵੀ ਸਿੱਖਾਂ ਦਾ ਨੁਕਸਾਨ ਹੋਇਆ। ਕਹਿੰਦਾ ਸਾਰਾ ਨੁਕਸਾਨ ਤੇਜਾ ਸਿੰਘ ਦੀ ਗਦਾਰੀ ਦੇ ਕਾਰਨ ਹੋਇਆ, ਅਦਰਵਾਈਜ਼ ਇਹ ਲੜਾਈ ਅਸੀਂ ਹਾਰ ਚੁੱਕੇ ਸੀ। ਦੁਸ਼ਮਣ ਦੀ, ਤੁਹਾਡੇ ਵਿਰੋਧੀ ਦੀ ਜਿਹੜੀ ਗਵਾਹੀ ਹੈ, ਇਹਦੇ ਨਾਲੋਂ ਵੱਡੀ ਤਾਂ ਹੋਰ ਕੋਈ ਗਵਾਹੀ ਹੋ ਨਹੀਂ ਸਕਦੀ। ਜਿਹੜਾ ਤੁਹਾਡੇ ਖਿਲਾਫ ਲੜਦਾ ਹੋਵੇ ਉਹ ਤੁਹਾਡੇ ਹੱਕ 'ਚ ਇਹ ਲਿਖਦਾ ਹੋਵੇ। ਤੇ ਕਨਿੰਗਮ ਨੇ ਤਾਂ ਇੰਨੀ ਗੱਲ ਵੀ ਲਿਖ ਦਿੱਤੀ ਵੀ ਜਿੰਨੀ ਮਰਜ਼ੀ ਗੋਲਾਬਾਰੀ ਹੋਈ, ਪਰ ਗੋਬਿੰਦ ਸਿੰਘ ਜੀ ਦੇ ਕਿਸੇ ਵੀ ਸ਼ੇਰ ਸਿੱਖ ਨੇ ਕਿਸੇ ਕੋ ਪਨਾਹ ਨਹੀਂ ਮੰਗੀ ਜਾਂ ਪਿੱਛਾ ਮੁੜ ਕੇ ਨਹੀਂ ਵੇਖਿਆ। ਇਸ ਤੋਂ ਬਾਅਦ ਸਿੱਖਾਂ ਦੀ ਬਹਾਦਰੀ ਦੀ ਮਿਸਾਲ ਆਪਾਂ ਹੋਰ ਕੀ ਕਰ ਸਕਦੇ ਹਾਂ, ਜਾਂ ਹੋਰ ਗੱਲਾਂ ਕੀ ਕਰ ਸਕਦੇ ਹਾਂ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਬਾਦਸ਼ਾਹੀ ਫੌਜਾਂ ਭਾਰੀਆਂ ਨਹੀਂ। ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆਂ ਨੇ। ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਸੱਚਮੁੱਚ ਇਹ ਹਾਰ ਨਹੀਂ ਸੀ, ਇਹ ਤਾਂ ਫੇਰ ਫੌਜ ਵਿੱਚ ਬਹੁਤ ਸਰਦਾਰ ਨਾਮੀ ਕਾਦਰ ਯਾਰ ਨੇ ਬਹੁਤ ਕਮਾਲ ਦੀ ਗੱਲ ਲਿਖੀ। ਕਹਿੰਦਾ ਫੇਰ ਫੌਜ ਵਿੱਚ ਬਹੁਤ ਸਰਦਾਰ ਨਾਮੀ, ਸਿਫਤ ਨਹੀਂ ਕਰ ਸਕਦਾ ਕੁਝ ਕਹਿਣ ਵਾਲਾ, ਇੱਕ ਦੂਜੇ ਦਾ ਸਾਨੀ ਚਤੁਰਾਈ ਦੇ ਵਿੱਚ ਲੜਾਈ ਵਿੱਚ ਪਛਾਣ ਨਾ ਰਹਿਣ ਵਾਲਾ, ਐ ਪਰ ਇੱਕ ਸਰਦਾਰ ਅਜੀਬ ਯਾਰੋ, ਜ਼ਖਮ ਸਾਹਮਣੇ ਮੂੰਹ ਤੇ ਸਹਿਣ ਵਾਲਾ, ਕਾਦਰ ਯਾਰ ਜਹਾਨ ਤੇ ਨਾਮ ਰੋਸ਼ਨ, ਸ਼ਾਮ ਸਿੰਘ ਅਟਾਰੀ ਦਾ ਰਹਿਣ ਵਾਲਾ। ਇਹ ਉਹ ਜਰਨੈਲ ਹੈ ਜਿਸਨੇ ਸਿੱਖ ਗਦਾਰੀ ਦੇ ਵਿੱਚ
ਵੀ ਸਿੱਖ ਦੀ ਇੱਜ਼ਤ ਰੱਖੀ। ਹਾਂ, ਜਾਨ ਵਾਰ ਦੇਣੀ, ਜਾਨ ਚਲੇ ਜਾਣੀ, ਇਹ ਗੱਲਾਂ ਜਿਹੜੀਆਂ ਹਨ ਸਿੱਖ ਦੀ ਜ਼ਿੰਦਗੀ 'ਚ ਲਿਖੀਆਂ ਹੋਈਆਂ ਨੇ। ਜਾਨ ਦੀ ਪਰਵਾਹ ਸਿੱਖਾਂ ਨੇ ਕਦੇ ਕੀਤੀ ਨਹੀਂ ਤੇ ਨਾ ਹੀ ਉਹ ਹੁਣ ਵੀ ਕਰਦੇ ਨੇ। ਹੁਣ ਵੀ ਬਹੁਤ ਸ਼ਹੀਦੀਆਂ ਜਿਹੜੀਆਂ ਇਸ ਦੌਰ ਦੇ ਵਿੱਚ ਮਿਲੀਆਂ। ਇੱਥੇ ਅਸੀਂ ਦੇਖਦੇ ਹਾਂ ਵੀ ਇਹ ਲੜਾਈ ਜਿਹੜੀ ਸ਼ਾਮ ਸਿੰਘ ਅਟਾਰੀ ਦੇ ਜੀਵਨ ਦੀ ਆਖਰੀ ਲੜਾਈ ਹੈ 10 ਫਰਵਰੀ 1746 ਨੂੰ ਹੁੰਦੀ ਹੈ ਤੇ 1846 ਨੂੰ ਹੁੰਦੀ ਹੈ ਤੇ ਉਸ ਤੋਂ ਬਾਅਦ ਸਿੱਖ ਰਾਜ ਦਾ ਜਿਹੜਾ ਸੂਰਜ ਹੈ ਸਦਾ ਲਈ ਛਿਪ ਜਾਂਦਾ ਹੈ। 1846 ਮਾਫ ਕਰਨਾ ਜੀ, 10 ਫਰਵਰੀ ਨੂੰ ਇਹ ਲੜਾਈ ਜਿਹੜੀ ਹੁੰਦੀ ਹੈ ਸਭਰਾਵਾਂ ਦੀ ਲੜਾਈ ਨੂੰ ਕਹਿੰਦੇ ਨੇ ਤੇ ਇਸ ਲੜਾਈ ਦੇ ਵਿੱਚ ਸ਼ਾਮ ਸਿੰਘ ਦੀ ਸ਼ਹਾਦਤ ਹੁੰਦੀ ਹੈ। ਧੰਨਵਾਦ ਹੈ ਵੀਰ ਜੀ ਆਪ ਜੀ ਦਾ। ਆਪ ਜੀ ਨੇ ਬਹੁਤ ਹੀ ਖੂਬਸੂਰਤੀ ਨਾਲ ਅੱਜ ਦੇ ਜੀਵਨ ਸਾਡੇ ਨਾਲ ਸਾਂਝਾ ਕੀਤਾ ਸ਼ਾਮ ਸਿੰਘ ਅਟਾਰੀ ਦਾ।